ਸਭ ਤੋਂ ਪਹਿਲੀ ਕਸੂਰਵਾਰ ਅਸੀਂ ਹਾਂ। ਕਿਸ ਤਰ੍ਹਾਂ? ਉਹ ਇਸ ਤਰ੍ਹਾਂ ਕਿ ਜਦੋਂ ਸਵੇਰੇ ਸਾਡੇ ਕੋਲੇ ਆ ਜਾਂਦੇ ਨੇ, ਅਸੀਂ ਅਦਰ ਬੋਰ ਤੇ ਬੋਰ ਲਾ ਦਿੰਦੇ ਹਾਂ, ਠੱਪੇ ਤੇ ਠੱਪਾ ਲਾ ਦਿੰਦੇ ਹਾਂ, ਸਵੇਰੇ ਸਾਡੀ ਕੋਈ ਬਾਤ ਨਹੀਂ ਪੁੱਛਣ ਵਾਲਾ ਹੁੰਦਾ। ਯਾਨੀ ਕਿ ਜਾਂ ਇੱਕ ਵੋਟ ਦੇਣ ਤੋਂ ਬਾਅਦ ਤੁਹਾਡੀ ਕਦਰ ਜ਼ੀਰੋ ਜ਼ੀਰੋ ਪੂਰੇ 5 ਸਾਲ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ। ਅੱਲਾ ਦਾ ਕਰਮ ਹੈ, ਕਿੰਨੇ ਆਣ ਕੇ ਪੁੱਛਣਾ ਸਾਨੂੰ, ਬਸ ਉਹਨਾਂ ਦਾ ਮਤਲਬ ਨਿਕਲ ਗਿਆ, ਬਸ ਉਹ ਕੌਣ ਤੇ ਅਸੀਂ ਕੌਣ। ਪਿੰਡ 'ਚ ਕੀ ਸਹੂਲਤ ਹੈ, ਕੀ ਕਹੋਗੇ ਆਪਦੇ ਪਿੰਡ ਤੇ? ਸਾਡੇ ਪਿੰਡ ਦੇ ਵਿੱਚ ਤਾਂ ਸਭ ਤੋਂ ਵੱਡੀ ਸਹੂਲਤ ਤਾਂ ਇਹ ਹੈ ਕਿ ਸਾਡੇ ਗਟਰਾਂ ਦਾ ਪਾਣੀ ਹੈ ਜਿਹੜਾ ਉਹ ਸਾਡੀਆਂ ਗਲੀਆਂ ਦੇ ਵਿੱਚ ਫਿਰਦਾ ਹੈ। ਸੀਵਰੇਜ ਦਾ ਨਿਜ਼ਾਮ ਜ਼ੀਰੋ ਤੋਂ ਜ਼ੀਰੋ ਹੈ ਪਿਆ। ਦੂਸਰੇ ਨੰਬਰ ਤੇ ਸਾਡੇ ਗਲੀਆਂ ਜਿਹੜੀਆਂ ਨੇ, ਇੱਕ ਵਾਰੀ ਬਾਰਿਸ਼ ਆ ਜਾਂਦੀ ਹੈ 10 ਦਿਨ ਅਸੀਂ ਲੰਘਣ ਤੋਂ ਬੜੇ ਪਰੇਸ਼ਾਨ। ਕੋਈ ਵਿਆਹ ਸ਼ਾਦੀ, ਕੋਈ ਕਿਸੇ ਦਾ ਜਨਾਜ਼ਾ? ਨਹੀਂ ਉਹ ਬੜਾ ਮੁਸ਼ਕਲ ਹੋ ਜਾਂਦਾ ਜੀ, ਬਾਰਿਸ਼ ਦੇ ਦਿਨਾਂ 'ਚ ਉਹ ਬਹੁਤ ਮੁਸ਼ਕਲ ਹੋ ਜਾਂਦਾ ਹੈ। ਠੀਕ ਹੋ ਗਿਆ ਜੀ। ਸਾਡੀਆਂ ਗਲੀਆਂ 'ਚ ਸੋਲੰਗ ਦੀ ਜ਼ਰੂਰਤ ਹੈ, ਮਤਲਬ ਅਸ਼ਦ ਜ਼ਰੂਰਤ। ਹਾਂ ਜੀ, ਅਸ਼ਦ ਜ਼ਰੂਰਤ ਹੈ ਸੋਲੰਗ ਦੀ। ਠੀਕ ਹੋ ਗਿਆ। ਉਸ ਤੋਂ ਬਾਅਦ ਇਹ ਕਿ ਜਿਹੜੀਆਂ ਗਲੀਆਂ ਦੇ ਵਿੱਚ ਸੀਵਰੇਜ ਨਹੀਂ ਪਹੁੰਚਿਆ, ਠੀਕ ਹੋ ਗਿਆ, ਉੱਥੇ ਸੀਵਰੇਜ ਦੀ ਬਹੁਤ ਹੀ ਜ਼ਿਆਦਾ ਅਸ਼ਦ ਜ਼ਰੂਰਤ ਹੈ। ਸਰ ਤੁਹਾਡਾ ਦੌਰੇ ਹਕੂਮਤ ਚੱਲ ਰਿਹਾ, ਮਤਲਬ ਨੰਬਰਦਾਰੀ ਸਿਸਟਮ ਆ ਜੀ। ਕਿਹਨੂੰ ਕਹੋਗੇ, ਕਿਹਦੇ ਕਹਿਣ ਦਾ ਕੰਮ ਆ? ਤੇ ਅਗਰ MNA ਤੇ MPA ਸਾਹਿਬ ਦੀ ਗੱਲ ਕੀਤੀ ਜਾਵੇ ਤੇ ਵੋਟਾਂ ਤੋਂ ਬਾਅਦ ਕਿੰਨੀ ਵਾਰੀ ਆਏ ਨੇ? MNA MPA ਸਾਹਿਬ ਜੀ ਵੋਟਾਂ ਤੋਂ ਬਾਅਦ ਆਉਂਦੇ ਵੀ ਰਹੇ ਨੇ, ਚੱਕਰ ਵੀ ਲੱਗਿਆ, ਬਾਕੀ ਉਹਨਾਂ ਦੇ ਨੋਟਿਸ 'ਚ ਵੀ ਸਾਰੀ ਗੱਲ ਹੈ। ਸਾਡੇ MNA ਸਾਹਿਬ ਦਾ ਵੀ ਬੜਾ ਤਾਵਨ ਹੈ ਜੀ, ਮਾਸ਼ਾਅੱਲਾ। ਰਾਣਾ ਅਰਾਦਾ ਸ਼ਰੀਫ ਖਾਨ ਸਾਡੇ MNA ਨੇ ਜੀ, ਠੀਕ ਹੈ, ਔਰ ਉਹ ਹਲਕੇ ਤੇ ਬੜੀ ਤਵੱਜੋ ਦਿੰਦੇ ਨੇ। ਉਹਨਾਂ ਦੇ ਤਾਵਨ ਨੇ, ਤੁਸੀਂ ਹੁਣ ਸਾਨੂੰ ਇਸ ਟਾਈਮ ਉਹਨਾਂ ਨੇ ਤਕਰੀਬਨ 55 ਖੰਬੇ, 5 ਦੇ ਕਰੀਬ ਟਰਾਂਸਫਾਰਮਰ ਉਹਨਾਂ ਨੇ ਸਾਨੂੰ ਦਿੱਤੇ ਨੇ, ਸਾਡੀਆਂ ਅਜ਼ਾਫੀ ਆਬਾਦੀਆਂ ਜਿਹੜੀਆਂ ਸਨ, ਜਿਹੜੇ ਕਿ ਕਾਫੀ ਸਾਲਾਂ ਤੋਂ ਬਿਜਲੀ ਤੋਂ ਮਹਿਰੂਮ ਪੈਗਾਮ ਉਹਨਾਂ ਨੂੰ ਇਹ ਹੈ ਕਿ ਮਿਹਰਬਾਨੀ ਕੀਤੀ ਜਾਵੇ, ਜਿਸ ਕਦਰ ਤੁਸੀਂ ਵੋਟਾਂ ਦੇ ਵਿੱਚ ਆ ਕੇ ਸਾਨੂੰ ਆਉਂਦੇ ਆ ਨਾ ਕਿ ਸਾਡੇ ਅਸੀਂ ਭਾਈ ਹੈਗੇ ਆ, ਤੁਹਾਡੇ ਹਰ ਮਸਲੇ ਹੱਲ ਕਰਾਂਗੇ, ਮਿਹਰਬਾਨੀ ਕੀਤੀ ਜਾਵੇ ਕਿ ਉਸ ਤਰੀਕੇ ਦੁਬਾਰਾ ਵੀ ਇੱਕ ਵਾਰੀ ਵਿਜ਼ਿਟ ਕਰ ਲਓ ਯਾਰ 5 ਸਾਲਾਂ ਵਿੱਚ। MP MNA ਤਾਂ ਉਹਨਾਂ ਨੂੰ ਪਤਾ ਜੀ ਇੱਥੇ ਕਿਉਂ ਨਹੀਂ ਇੱਥੇ ਦੇ ਰਿਹਾ ਸਾਨੂੰ ਸਹੂਲਤ। MNA ਸਾਹਿਬ ਨੂੰ ਤੇ MPA ਸਾਹਿਬ ਨੂੰ ਵੇਖਿਆ ਕਿ ਵਿਜ਼ਿਟ ਕਰਨ ਆਏ ਹੋ? ਕੋਈ ਨਹੀਂ ਜੀ, ਕਦੇ ਨਹੀਂ ਵੇਖਿਆ। ਲਾਸਟ ਟਾਈਮ ਉਹਨਾਂ ਨੂੰ ਕਿਦੋਂ ਇਸ ਪਿੰਡ 'ਚ ਵੇਖਿਆ? ਜਦੋਂ ਵੋਟਾਂ ਆਈਆਂ ਸਨ ਜੀ, ਉਸ ਤੋਂ ਬਾਅਦ ਨਹੀਂ ਵੇਖਿਆ ਜੀ। ਅੱਜ ਉਹ ਤੁਹਾਨੂੰ ਸੀਵਰੇਜ ਆਈਏ, ਸੀਵਰੇਜ ਵੀ ਮੁਕੰਮਲ ਨਹੀਂ ਪਈ ਤਕਰੀਬਨ। ਹੁਣ ਸਾਡੇ ਪਿੰਡ ਦਾ ਜਨਾਜ਼ਾ ਹੁਣ ਜਾਣਾ ਹੈ ਤੇ ਦੇਖ ਲਓ ਜੇ ਵੀ ਕਿਧਰ ਦੀ ਗਲੀ, ਕਿਹੜੀ ਗਲੀ 'ਚ ਲੈ ਕੇ ਜਾਈਏ। ਵਿੱਚ ਵਾਟਰ ਫਿਲਟਰੇਸ਼ਨ ਪਲਾਂਟ ਦੀ ਸਹੂਲਤ ਦਿੱਤੀ ਗਈ, ਜ਼ਮੀਨੀ ਪਾਣੀ ਖਰਾਬ ਆ, ਲੋਕ ਪਾਣੀ ਕਿੱਥੋਂ ਪੀਂਦੇ ਨੇ? ਹਾਂਜੀ, ਪਾਣੀ ਦਾ ਇਸ਼ੂ ਹੈ, ਸਾਡੇ ਪਾਣੀ ਦੇ ਮਾਮਲਾਤ ਦਾ ਇਸ਼ੂ ਹੈ। ਇਸ ਦੀ ਵਜ੍ਹਾ ਤੋਂ ਇਹ ਕਿ ਵੇਖੋ ਜੀ ਨਕਸ ਪਾਣੀ ਹੈ, ਲੋਕ ਇੱਕ ਵੇਖੋ ਜੋ ਅਫੋਰਡ ਕਰਦੇ ਨੇ ਉਹ ਤਾਂ 300 350 ਫੁੱਟ ਤੱਕ ਬੋਰ ਲੈ ਜਾਂਦੇ ਨੇ ਜੀ, ਫਿਲਟਰ ਲਵਾ ਲੈਂਦੇ ਨੇ, ਅਤੇ ਸਾਡੀ 100 'ਚ 90% ਪਿੰਡ ਦੀ ਆਬਾਦੀ ਅਸੀਂ ਜਿਹੜੀ ਅਫੋਰਡ ਨਹੀਂ ਕਰ ਸਕਦੀ, ਜਿਨ੍ਹਾਂ ਦੇ ਘਰਾਂ 'ਚ ਨਲਕੇ ਲੱਗੇ ਹੋਏ ਨੇ, ਹੈਂਡ ਪੰਪ ਜਿਹਨੂੰ ਆਪਾਂ ਕਹਿੰਦੇ, ਜਾਂ ਦੂਸਰੇ ਪੰਪ ਲੱਗੇ ਨੇ ਜਿਹੜੇ ਕਿ 70-80 ਫੁੱਟ 'ਤੇ ਨੇ। ਇਸ ਦੀ ਵਜ੍ਹਾ ਤੋਂ ਬੜੇ ਪ੍ਰੋਬਲਮਸ ਆਉਂਦੇ ਨੇ। ਬਹੁਤ ਕੀ ਸ਼ਾਦੀ ਜਨਾਜ਼ਾ ਕਿੱਦਾਂ? ਉਹ ਜਨਾਜ਼ੇ ਤਾਂ ਫਿਰ ਅਸੀਂ ਜੀ ਟਰਾਲੀਆਂ ਤੇ ਲੈ ਤੇ ਲੰਘ ਜਾਾਂਗੇ, ਕਿਉਂਕਿ ਉਹਦੇ ਵਿੱਚ ਸਿਆਸਤਦਾਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ, ਕਿਉਂਕਿ ਉਹ ਮਰਦੇ ਨੇ ਤੇ ਸਾਡੇ ਉਹਨਾਂ ਨੂੰ ਵੋਟਾਂ ਨਾਲ ਘਰਾਂ 'ਤੇ ਵੋਟ ਲੈ ਤੇ ਡੰਡੀ ਲੱਗ ਜਾਂਦੇ ਨੇ। ਪੱਟੀ ਕਿੱਥੇ ਵੇਚਦੀ ਮਰਨ ਵਾਲੇ ਦੀ? ਉਹ ਜਿੱਥੇ ਵੀ ਸਾਨੂੰ ਕੋਈ ਮਾਕੂਲ ਜਗ੍ਹਾ ਮਿਲ ਜਾਂਦੀ ਹੈ ਅਸੀਂ ਆਦਾ ਬਾਹਰ ਬਹਿ ਜਾਂਦੇ ਹਾਂ, ਸਾਨੂੰ ਹੋਰ ਕੀ ਹੋਣਾ ਸਾਡੇ ਨਾਲ। ਮਸਜਿਦ 'ਚ ਨਮਾਜ਼ੀ ਕਿੱਦਾਂ ਜਾਂਦੇ ਬਾਰਿਸ਼ ਤੋਂ ਬਾਅਦ? ਇਹ ਇਸ ਤਰ੍ਹਾਂ ਜਾਂਦੇ ਨੇ, ਇੱਥੇ ਉਹਨਾਂ ਦੇ ਸ਼ਲਵਾਰਾਂ ਹੁੰਦੀਆਂ ਨੇ ਕੀਤੀਆਂ, ਤੇ ਉਹ ਜਾ ਕੇ ਤੇ ਮਸਜਿਦ ਦੇ ਵਿੱਚ ਦੁਬਾਰਾ ਜਾ ਕੇ ਤੇ ਧੋ ਲੈਂਦੇ ਨੇ। ਬਾਰਿਸ਼ ਤੋਂ ਬਾਅਦ ਇਸ ਪਿੰਡ ਦਾ ਕੀ ਹਾਲ ਹੁੰਦਾ? ਇਸ ਪਿੰਡ ਦਾ ਹਾਲ ਇਹ ਹੁੰਦਾ ਹੈ ਕਿ ਗੁਜ਼ਰਨਾ ਬਹੁਤ ਮੁਸ਼ਕਲ ਹੋ ਜਾਂਦਾ। 10 ਤੋਂ 15 ਦਿਨ ਬਹੁਤ ਮੁਸ਼ਕਲ ਹੁੰਦੇ ਨੇ, ਉਸ ਤੋਂ ਬਾਅਦ ਚਿੱਕੜ ਖੁਸ਼ਕ ਹੋ ਜਾਂਦਾ, ਫਿਰ ਗੁਜ਼ਰੋ ਬਸਰ ਠੀਕ ਹੋ ਜਾਂਦਾ। ਇਸ ਪਿੰਡ 'ਚ ਸੀਵਰੇਜ ਦਾ ਨਿਜ਼ਾਮ ਕੈਸਾ? ਤਕਰੀਬਨ ਅੱਧਾ ਕੁ ਚੱਲ ਰਿਹਾ, ਅੱਧਾ ਕੁ ਬੰਦ ਹੈ। ਪਿੰਡਾਂ ਦੇ ਵਿੱਚ ਕਬਜ਼ਾ ਮਾਫੀਆ ਦਾ ਬੜਾ ਰਾਜ ਨਜ਼ਰ ਆ ਰਿਹਾ, ਤੁਹਾਡੇ ਪਿੰਡ ਦੀ ਕੀ ਸੂਰਤ ਹਾਲ? ਜੀ ਮੈਂ ਕਹਿ ਰਿਹਾ ਕਿ ਅਗਰ ਸਾਡੇ ਪਿੰਡ 'ਚ ਅਗਰ ਜਿੱਥੇ ਵੀ ਕੋਈ ਕਬਜ਼ਾ ਮਾਫੀਆ ਹੈ, ਗੌਰਮਿੰਟ ਨੂੰ ਉਹਨੂੰ ਜਿਹੜਾ ਹੈ ਵੇਖਣਾ ਚਾਹੀਦਾ है, उनके ते नज़रसानी करनी चाहिए और उन मामलात को क्लियर करवाना चाहिए। सियासतदानों के वादों और फाइलों के ढेर तले दबा हुआ एक गांव 151 EB आरिफ वाला साहिवाल रोड से मुंसलिक ये बस्ती आज तरक्की के इस दौर में भी पत्थर के ज़माने का मंजर पेश कर रही है। टीम वॉइस ऑफ पंजाब ने जब यहाँ का दौरा किया तो हमें तरक्की नहीं बल्कि हुकूमती बेहिसी के निशानात मिले। वो गलियाँ जहाँ सोलंग का नामो निशान नहीं, वो मेन रोड जो अब सड़क नहीं बल्कि हादसात का पेश खैमा बन चुकी है। सीसा पिलाई हुई दीवारों वाले मोहल्लात में बैठे हुए हुक्मरान शायद ये भूल चुके हैं कि इस गांव की आवाम भी टैक्स देती है। ये भी वोट की ताकत से तकदीरें बदलना जानते हैं, मगर बदले में इन्हें क्या मिला? पीने का साफ पानी एक बूंद भी नहीं। वाटर फिल्ट्रेशन प्लांट सिर्फ एक ख्वाब बन चुका है। सीवरेज का निज़ाम मुकम्मल तौर पर नकारा है। आज यहाँ के दो बड़े जौहर सिर्फ पानी के ज़ख़ीरे नहीं बल्कि मौत बांटती बीमारियों के गढ़ बन चुके हैं। आज के प्रोग्राम मेरा गांव में हम यहाँ की आवाम और यहाँ के नंबरदार मोहतरम जनाब इमरान ज़हूर जोया साहब के साथ मिलकर इन अरबाब अख्तियार से ये सवाल करेंगे कि आखिर 80 सालों से इस गांव को नज़रअंदाज क्यों किया गया? आखिर इसकी बर्बादी का असल जिम्मेदार कौन है?
जुड़े रहिए वॉइस ऑफ पंजाब के साथ। ਵਾਲੇਕੁਮ ਸਲਾਮ। ਬਾਬਾ ਜੀ ਕੀ ਨਾਮ? ਮੇਰਾ ਨਾਮ ਜੀ ਮੁਹੰਮਦ ਸਾਹਿਬ ਹੈ। ਕਿੰਨੀ ਦੇਰ ਤੋਂ ਰਹਿੰਦੇ ਪਏ ਹੋ 151 ਈਬੀ 'ਚ? ਤਕਰੀਬਨ ਜੀ ਮੇਰਾ ਖਿਆਲ ਹੈ ਵੀ 50 ਸਾਲ ਤੋਂ ਰਹਿੰਦੇ ਪਏ ਤੁਹਾਡੇ ਬਜ਼ੁਰਗ ਵੀ ਇੱਥੇ ਸੀ, ਇੱਥੇ ਹੀ ਸਨ। ਤੁਸੀਂ ਵੀ ਇੱਥੇ ਹੀ ਹੋ। ਹਾਂਜੀ। ਇਸ ਪਿੰਡ ਦੇ ਵਿੱਚ ਬੁਨਿਆਦੀ ਸਹੂਲੀਅਤ ਦੀ ਅਗਰ ਗੱਲ ਕੀਤੀ ਜਾਵੇ, ਪੀਣ ਵਾਲਾ ਪਾਣੀ, ਸੀਵਰੇਜ ਦਾ ਨਿਜ਼ਾਮ ਤੇ ਸੜਕਾਂ, ਤੁਸੀਂ ਕਿੰਨੇ ਮੁਤਮਿਨ ਹੋ ਤੇ ਤੁਹਾਡੇ ਪਿੰਡ ਦੀ ਇਹ ਹਾਲਤ ਕਿਉਂ ਆ? ਸਾਡੇ ਜੀ ਪਿੰਡ ਦੀ ਹਾਲਤ ਇਹ ਵੀ ਸੈਵਰੇਜ ਕੋਈ ਨਹੀਂ, ਸੈਵਰੇਜ ਹੋਣ ਲੱਗਿਆ ਹੈ, ਚੱਲਿਆ ਹੈ, ਲੇਕਿਨ ਪਿੰਡ ਦੇ ਜਿਹੜੇ ਸੋਲੰਗ ਨੇ ਜਾਂ ਮਤਲਬ ਇਹ ਹੋਰ ਮਰਾਤ ਨੇ, ਪੀਣ ਦਾ ਪਾਣੀ ਸਾਫ਼ ਉਹ ਸਹੂਲਤ ਕੋਈ ਨਹੀਂ ਦੀ। ਬਾਬਾ ਜੀ ਇੱਥੇ ਪੀਣ ਵਾਲਾ ਪਾਣੀ ਗਵਰਨਮੈਂਟ ਵੱਲੋਂ ਕੋਈ ਤੁਹਾਡਾ ਵਾਟਰ ਫਿਲਟਰੇਸ਼ਨ ਪਲਾਂਟ ਲੱਗਿਆ? ਨਹੀਂ ਲੱਗਿਆ ਹੈ। ਸਾਰੀਆਂ ਸੜਕਾਂ ਦਾ ਇਹੀ ਹਾਲ ਆ? ਸਾਰੇ ਪਿੰਡ ਦੇ ਇਹੀ ਹਾਲ ਹੈ, ਬਸ ਉਹ ਇੱਕ ਮੇਨ ਤੋਂ ਆਂਦੀ ਜਿਹੜੀ ਸੜਕ ਉਹਦੇ ਤੇ ਬਜਰੀ ਬੁਜਰੀ ਪਾਈ ਹੋਈ ਹੈ। ਇਸ ਪਿੰਡ ਦੇ ਵਿੱਚ 2 ਛੱਪੜ ਨੇ ਜਿਹੜੇ ਇਸ ਪਿੰਡ ਦੇ ਬੱਚਿਆਂ ਨੂੰ ਬਿਮਾਰ ਕਰ ਰਹੇ ਹੋਣਗੇ, ਤੁਹਾਨੂੰ ਵੀ ਕਰ ਰਹੇ ਹੋਣਗੇ। ਕਿੰਨੀ ਦੇਰ ਤੋਂ ਇਹ ਤਕਰੀਬਨ ਜੀ ਕਾਫੀ ਦਿਨਾਂ ਤੋਂ ਹੀ ਬੰਦ ਨੇ। ਬੰਦ ਨੇ? ਹਾਂ, ਪਾਣੀ ਖੜਾ ਹੋਇਆ? ਪਾਣੀ ਖੜਾ, ਲੋਕੀ ਖੜਾ ਕਿਆ ਲੋਕ ਵਲੀ ਜਾਂਦੇ ਨੇ ਵਿੱਚ ਮਿੱਟੀ ਮੁੱਟੀ ਪਾ ਤੇ ਕੋਈ ਥੋੜੀ ਬਹੁਤੀ ਉਹਦੇ ਤੇ ਕਬਜ਼ਾ ਮਾਫੀਆ ਉਹਨੂੰ ਨੱਪ ਰਹੀ ਹੈ। ਬਸ ਉਹਦੇ ਤੇ ਜਿੰਦਾ ਦਿਲ ਕਰਦਾ ਮਿੱਟੀ ਸੱਟ ਲੈਂਦਾ ਉਹਦੇ ਵੜ ਲੈਂਦਾ ਜੀ। ਗਵਰਨਮੈਂਟ ਪੁੱਛਦੀ ਨਹੀਂ ਉਹਨਾਂ ਨੂੰ? ਗਵਰਨਮੈਂਟ ਅੱਗੇ ਦਰਖਾਸਤ ਦਿੱਤੀ ਸੀ ਮੁੰਡਿਆਂ ਨੇ ਇੱਧਰੋਂ ਵੀ ਬਰਸਾਤੀ ਨਾਲੇ ਦਾ ਪਾਣੀ ਲੰਘ ਜਾਵੇ, ਆ ਗਲੀਆਂ ਤਲਾਬ ਬਣ ਜਾਂਦੀਆਂ ਨੇ ਜਦੋਂ ਬਾਰਿਸ਼ ਆਉਂਦੀ ਤਾਂ ਆ ਮਸਜਿਦਾਂ 'ਚ ਜਾਣਾ ਬੜਾ ਔਖਾ ਹੁੰਦਾ ਤੇ ਉਹ ਬਸ ਵਿੱਚੇ ਹੀ ਕੰਮ ਰਹਿ ਗਿਆ। ਉਲਟਾ ਮੇਰਾ ਥੋੜਾ ਢਾਹ ਤੇ ਉਹ ਜਿਹੜੇ ਕਬਜ਼ਾ ਮਾਫੀ ਵਾਲਿਆਂ ਨੇ ਉਹਨਾਂ ਨੇ 32 34 ਕੋਈ ਹੁੰਦੀ ਉਹ ਲਵਾ ਤੇ ਆ ਮੇਰਾ ਥੜਾ ਦਵਾ ਤਾ, ਬਾਕੀ ਥੜਿਆਂ ਨੂੰ ਮਾੜਾ ਮੋੜਾ ਨੂੰਦਰਾ ਮਾਰ ਤੇ ਤੋਂ ਗਏ ਚਲੋ ਬਸ। ਉਹ ਜਗ੍ਹਾ ਖਾਲੀ ਨਹੀਂ ਕਰਾਈ? ਉਹ ਅਜੇ ਕੋਈ ਖਾਲੀ ਨਹੀਂ ਹੋਈ ਤੇ ਨਾ ਹੀ ਕੋਈ ਨਾਲਾ ਬਣਿਆ ਬਰਸਾਤੀ ਨਾਲਾ ਇਸ ਪਿੰਡ 'ਚ ਨਹੀਂ ਹੈ? ਨਹੀਂ ਹੈਗਾ। ਇਸ ਪਿੰਡ 'ਚ ਮੁੰਡਿਆਂ ਦਾ ਹਾਈ ਸਕੂਲ ਹੈ ਜਾਂ ਮਿਡਲ ਸਕੂਲ? ਇੱਥੇ ਹੁਣ ਮਿਡਲ ਹੋਇਆ ਹੈ, ਲੇਕਿਨ ਆ ਹੁਣ ਮਿਡਲ ਬਣ ਗਿਆ। ਇਸ ਤੋਂ ਪਹਿਲੇ ਪ੍ਰਾਇਮਰੀ ਸੀ? ਇਸ ਪਹਿਲੇ ਪ੍ਰਾਇਮਰੀ ਸੀ। ਕੁੜੀਆਂ ਦਾ ਹਾਈ ਸਕੂਲ ਹੈ ਜਾਂ ਪ੍ਰਾਇਮਰੀ? ਕੁੜੀਆਂ ਦਾ ਵੀ ਪ੍ਰਾਇਮਰੀ ਵੀ ਹੈ ਤੇ ਹੁਣ ਮਿਡਲ ਵੀ ਹੋਇਆ ਹੈ, ਲੇਕਿਨ ਉਹ ਦੂਸਰੇ ਟਾਈਮ ਲੱਗਦੀ ਕਲਾਸ ਮਿਡਲ ਵਾਲਿਆਂ ਦੀ। ਇਸ ਪਿੰਡ ਦੇ ਵਿੱਚ ਕੋਈ ਬੁਨਿਆਦੀ ਮਰਕਜ਼ ਸਿਹਤ ਹੈਗਾ? ਨਹੀਂ, ਮਰਕਜ਼ੀ ਸਿਹਤ ਬੰਦਿਆਂ ਦਾ ਤੇ ਕੋਨੀ ਦਾ ਤੇ ਡੰਗਰਾਂ ਦਾ ਹੈਗਾ। ਡੰਗਰਾਂ ਦਾ ਹੈਗਾ, ਇਨਸਾਨਾਂ ਦਾ ਨਹੀਂ? ਇਨਸਾਨਾਂ ਦਾ ਨਹੀਂ ਹੈਗਾ। ਤੇ ਤੁਹਾਡੇ ਪਿੰਡ ਦੀ ਇਸ ਹਾਲਤ ਨੂੰ ਤੁਸੀਂ ਇੰਨੀ ਦੇਰ ਦਾ ਵੇਖਦੇ ਪਏ ਹੋ, ਤੁਹਾਡੇ ਐਮਐਨਏ ਸਾਹਿਬ ਕੌਣ ਨੇ? ਰਾਣਾ ਆਜ਼ਾਦਤ ਤੇ ਐਮਪੀਏ ਸਾਹਿਬ ਕੌਣ? ਐਮਪੀ ਮੀਆਂ ਨਵੀਦ, ਅੱਗੇ ਅੱਗੇ ਨਈਮ ਚੌਧਰੀ ਸੀ, ਉਸ ਤੋਂ ਬਾਅਦ ਹੁਣ ਨਵੀਦ। ਇਹ ਡਾਕਟਰ ਫਰਕ ਦਾ ਭਾਈ ਨੇ? ਫਰਕ ਦਾ ਭਾਜੀ। ਹਾਂਜੀ। ਤੇ ਡਾਕਟਰ ਫਰਕ ਹੀ ਐਮਪੀਏ ਤੁਹਾਡਾ? ਅੱਛਾ, ਡਾਕਟਰ ਫਰਕ ਮੈਨੂੰ ਇਹ ਵੀ ਨਹੀਂ ਯਾਦ ਵੀ ਨਵੀਦ ਐਮਪੀ ਕਿ ਡਾਕਟਰ ਫਰਕ ਐਮਪੀ। ਤੇ ਤੁਸੀਂ ਉਹਨਾਂ ਨੂੰ ਕਿਤੇ ਬੁਲਾਇਆ ਨਹੀਂ ਆਪਦੇ ਪਿੰਡ 'ਚ? ਪਿੰਡ 'ਚੋਂ ਵੋਟ ਵਾਟ ਹੀ ਮੰਗਣ ਆਉਂਦੇ ਨੇ ਜੀ, ਬਾਕੀ ਕੋਈ ਜਿਹੜੇ ਕੋਈ ਆਪਦੇ ਟੋਰੇ ਫੇਰੇ ਵਾਲੇ ਬੰਦੇ ਨੇ ਉਹ ਉਹਨਾਂ ਨੂੰ ਮਿਲਦੇ ਰਹਿੰਦੇ ਨੇ, ਉਹ ਕਦੇ ਨਹੀਂ ਇੱਥੇ ਆਈ ਕੋਈ ਨਹੀਂ ਕਦੇ। ਤੇ ਤੁਹਾਡੇ ਜਿਹੜੇ ਨੰਬਰਦਾਰ ਸਾਹਿਬ ਨੇ ਉਹਨਾਂ ਨੇ ਪਿੰਡ 'ਚ ਕਿੰਨੇ ਕੁ ਕੰਮ ਕਰਵਾਏ? ਨੰਬਰਦਾਰਾਂ ਕੋਲ ਜੇ ਕੋਈ ਗ੍ਰਾਂਟ ਆ ਜਾਵੇ ਫੱਕਾ ਤੋਂ ਲਵਾ ਦਿੰਦੇ ਨੇ, ਹੋਰ ਉਹਨਾਂ ਵਿਚਾਰਿਆਂ ਕੀ ਕੰਮ ਵਾਲੇਕੁਮ ਸਲਾਮ। ਭਜਨ ਕੀ ਨਾਮ? ਅੱਲਾ ਇੱਤਾ ਜੀ। ਇਸ ਪਿੰਡ ਦੇ ਰਹਿਸ਼ੀ ਹੋ? ਜੀ ਅਲਹਮਦੁਲਿਲਾ। ਕਿੰਨੀ ਦੇਰ ਤੋਂ ਇੱਥੇ ਰਹਿੰਦੇ ਪਏ? ਤਕਰੀਬਨ 25 ਤੋਂ 30 ਸਾਲ ਹੋ ਗਏ ਨੇ। ਮੁਹਤਰਮ 25-30 ਸਾਲਾਂ 'ਚ ਤੁਹਾਡੇ ਪਿੰਡ ਦੇ ਵਿੱਚ ਬੁਨਿਆਦੀ ਸਹੂਲੀਅਤ ਕਿੰਨੀਆਂ ਕੁ ਤੁਸੀਂ ਵੇਖੀਆਂ? ਤੁਸੀਂ, ਤੁਹਾਡੇ ਵਾਲਿदैन ਨੇ, ਤੁਹਾਡੇ ਅੱਗੇ ਬੱਚੇ ਹੋ ਗਏ ਨੇ, 151 ਈਬੀ ਦੀ ਇਹ ਹਾਲਤ ਕਿਉਂ ਆ ਤੇ ਕਿੰਨੀ ਦੇਰ ਤੋਂ ਆ? ਸਰ ਕੁਛ ਤਲਕ ਬੇਸ ਮਾਰੀ ਖੜੇ ਨੇ। ਅਗਰ ਪੁਲਿਸ ਆਂਦੀ ਹੈ ਜਾਂ ਕੋਈ ਮਹਿਕਮਾ ਆਂਦਾ ਹੈ ਤੇ ਉਹਨੂੰ ਤਲਕ ਬੇਸ ਦੇ ਬਿਨਾਂ ਤੇ ਪਿਛਾ ਮੋੜ ਦਿੰਦੇ ਨੇ। ਅੱਜ ਹੁਣ ਤਕਰੀਬਨ 1 ਹਫ਼ਤਾ ਹੋ ਗਿਆ ਮੈਨੂੰ ਡੇਲੀ ਕੌਂਸਲ 'ਚ ਜਾ ਰਿਹਾ, ਸਾਰਾ ਕੌਂਸਲ ਦਾ ਬੰਦਾ ਹੀ ਨਹੀਂ ਆਉਂਦਾ। ਉਹਨਾਂ ਨੂੰ ਕੌਂਸਲ ਸੈਕਟਰੀ ਸਾਹਿਬ ਨਹੀਂ ਆ ਰਿਹਾ। ਮੈਂ ਕੌਣ ਹੈ ਸੈਕਟਰੀ ਸਾਹਿਬ ਕੌਣ ਨੇ? ਕੋਈ 45 ਦਾ ਹੈ, ਇਮਰਾਨ ਸਾਹਿਬ, ਮੈਂ ਉਹਦਾ ਸੁਣਿਆ ਹੈ। ਤਬਦੀਲ ਹੋ ਗਿਆ ਜੀ। ਮੈਨੂੰ ਅੱਜ ਨਾ 1 ਹਫ਼ਤਾ ਹੋ ਗਿਆ, ਡੇਲੀ 4 ਤਰੀਕ ਦਾ ਮੈਂ ਜੀ ਆਪਣਾ ਨਾਟਕ ਬਣਵਾ ਕੇ ਆਇਆ ਤੇ ਮੇਰੇ ਕੋਲ ਪ੍ਰੋਬਲਮ ਹੈਗੀ ਸੀ, ਡੇਲੀ ਜਾਣਾ ਤਾਲਾ ਲੱਗਿਆ ਹੁੰਦਾ ਹੈ। ਸਭ ਤੋਂ ਪਹਿਲਾਂ ਤਾਂ ਇਹ ਹੀ ਮਸਲਾ ਹੀ ਨਹੀਂ ਮੁੱਕਦਾ ਇੱਥੋਂ। ਦੂਸਰੇ ਨੰਬਰ ਤੇ ਕੋਈ ਐਸਾ ਸਿਹਤ ਦਾ ਨਿਜ਼ਾਮ ਨਹੀਂ ਹੈਗਾ। ਹਾਂ, ਅਗਰ ਕੋਈ ਲੈਣਾ ਪੈ ਜਾਵੇ ਸਾਨੂੰ ਇੱਥੋਂ 8 ਕਿਲੋਮੀਟਰ ਜਾਣਾ ਪੈਂਦਾ ਜੀ ਆਰਫ ਵਾਲੇ। ਉਸ ਤੋਂ ਇਲਾਵਾ ਸਾਨੂੰ ਇਸ ਨਿੱਕਾ ਮੋਟਾ ਡਿਸਟੈਂਪ ਵੀ ਕੋਣੀ ਦਾ। ਮੁਹਤਰਮ ਅਗਰ 8 ਕਿਲੋਮੀਟਰ ਜਾਂਦੇ ਹੋ, ਜਿਹੜਾ ਮਰੀਜ਼ ਐਮਰਜੈਂਸੀ ਹੁੰਦਾ ਉਹ ਪਹੁੰਚਦਾ ਹੈ ਜਾਂ ਅੱਲਾ ਕੋ ਪਹੁੰਚ ਜਾਂਦਾ ਹੈ?
ਕੁਛ ਦੀ ਖਬਰ ਤਾਂ ਰਾਹ 'ਚ ਹੀ ਆ ਜਾਂਦੀ ਕਿ ਚਲ ਅੱਲਾ ਨੂੰ ਪਿਆਰਾ ਹੋ ਗਿਆ ਹੈ, ਤੇ ਕੁਝ ਪਹੁੰਚ ਵੀ ਜਾਂਦੇ ਨੇ। ਜੇ ਕੋਈ ਜ਼ਚਕੀ ਬਚਕੀ ਨਿੱਕਾ ਬੜਾ ਆਪਰੇਸ਼ਨ ਹੋ ਜਾਵੇ ਤੇ ਬਸ ਬੜੇ ਬੁਰੇ ਹਾਲਾਤ ਨੇ। ਤੁਸੀਂ ਦੇਖ ਰਹੇ ਹੋ ਸਾਡੇ ਪਿੰਡ ਦੇ ਹਾਲਾਤ ਨੇ। ਸਭ ਤੋਂ ਵੱਡੀ ਵਜ੍ਹਾ ਜੀ ਸਾਡੇ ਪਿੰਡ ਵਿੱਚ ਨਾ ਚੌਧਰਪੂਣਾ ਬੜੀ ਜ਼ਿਆਦਾ ਹੈ। ਇੱਥੇ ਕਬਜ਼ਾ ਮਾਫੀਆ ਦਾ ਕੀ ਸੂਰਤ ਹਾਲ? ਕਬਜ਼ਾ ਮਾਫੀਆ ਤੁਹਾਡੇ ਸਾਹਮਣੇ ਆ ਜਿਹੜੀ ਕਬਜ਼ਾ ਹੈਗੀ ਸੀ ਇੱਕ, ਇਹ ਤੋੜ ਗਿਆ ਨੇ ਬਸ। ਇਸ ਤੋਂ ਇਲਾਵਾ ਕੋਈ ਨਹੀਂ। ਦੇਖ ਲਓ ਕੋਈ ਥੜਾ ਉਵੇਂ ਪਏ ਨੇ, ਸਭ ਕੁਝ ਉਵੇਂ ਗਲੀਆਂ ਪਈਆਂ ਨੇ, ਕੋਈ ਨਿਜ਼ਾਮ ਨਹੀਂ, ਕੋਈ ਪੁੱਛਣ ਵਾਲਾ ਨਹੀਂ। ਜੇ ਬਾਰਿਸ਼ ਆ ਜਾਂਦੀ ਏ ਤੇ ਬਜ਼ੁਰਗ ਤਾਂ ਨਿਕਲ ਸਕਦੇ ਹੀ ਨਹੀਂ। ਜੇ ਕੋਈ ਵੱਡਾ ਨੌਜਵਾਨ ਤੇ ਉਹ ਗੁਜ਼ਾਰਾ ਕਰ ਜਾਵੇ ਤੇ ਕਰ ਜਾਵੇ, ਬਾਕੀ ਬੱਚੇ ਹੀ ਨੇ, ਬਜ਼ੁਰਗ ਨਿਕਲ ਨਹੀਂ ਸਕਦੇ। ਕੋਈ 15 ਦਿਨ ਛੱਪੜ ਹੀ ਬਣਿਆ ਰਹਿੰਦਾ, ਬੇਸ਼ੱਕ ਤੁਸੀਂ ਤਲਾਬ ਬਣਾ ਲਵੋ। ਕਿੰਨੀਆਂ ਗਲੀਆਂ 'ਚ ਸੋਲੰਗ ਲੱਗੇ ਤੇ ਸੜਕਾਂ ਬਣੀਆਂ? ਮੇਰੇ ਹਿਸਾਬ ਨਾਲ ਜਿਸ ਤਰ੍ਹਾਂ ਸੀਵਰੇਜ ਪਿਆ ਉਸ ਤੋਂ ਬਾਅਦ ਕਿਸੇ ਗਲੀ ਵਿੱਚ ਕੋਈ ਸੀਵਰੇਜ ਨਹੀਂ ਪਿਆ, ਕੋਈ ਸੋਲੰਗ ਨਹੀਂ ਲੱਗਿਆ, ਕੋਈ ਸੜਕ ਨਹੀਂ ਬਣੀ। ਤੇ ਕੋਈ ਇਹ ਜਿਹੜਾ ਤੁਹਾਡਾ ਸੀਵਰੇਜ ਪਿਆ, ਸੀਵਰੇਜ ਚਾਲੂ ਆ? ਹਾਂਜੀ, ਸੀਵਰੇਜ ਅੱਧੇ ਪਿੰਡ ਦਾ ਚਾਲੂ ਹੈ। ਜਿਹੜੀ ਮਗਲੀ ਸਾਈਡ ਨਾ ਬੈਕ ਸਾਈਡ, ਉਹ ਵਿਚਾਰੇ ਅੱਜ ਵੀ ਪਾਣੀ ਤੋਂ ਲੜਦੇ ਰਹਿੰਦੇ ਨੇ। ਇਸ ਪਿੰਡ ਦੇ ਵਿੱਚ ਮੁੰਡਿਆਂ ਦਾ ਤੇ ਕੁੜੀਆਂ ਦਾ ਸਕੂਲ ਹੈਗਾ ਜੀ। ਜਿਹੜਾ ਮੁੰਡਿਆਂ ਦਾ ਸਕੂਲ ਹੈ ਉਹ ਮਿਡਲ ਸਕੂਲ ਹੈ, ਜਿਹੜਾ ਕੁੜੀਆਂ ਦਾ ਉਹ ਪ੍ਰਾਇਮਰੀ ਸਕੂਲ ਹੈ। ਤੇ ਹਾਈ ਵਾਸਤੇ ਬੱਚੇ ਕਿੱਥੇ ਜਾਂਦੇ ਨੇ? ਹਾਈ ਵਾਸਤੇ ਤੋਂ ਨਾਲ ਹੈਗਾ ਚੌਧਰੀ ਨਈਮ ਇਬਰਾਹਿਮ ਸਾਹਿਬ ਦਾ ਐਮਪੀ ਹੈਗਾ ਏ, ਉਹਦਾ ਪਿੰਡ ਹੈ ਤੋਂ 1.25 ਕਿਲੋਮੀਟਰ ਦੂਰ। ਉੱਥੇ ਚਲੇ ਜਾਂਦੇ ਨੇ। ਕਾਫੀ ਸਾਡੀ ਆਬਾਦੀ ਹੈ ਜੀ ਉੱਥੇ ਜਾਂਦੀ ਜੀ ਬੱਚੇ। 49 ਵੀ? ਹਾਂਜੀ 149 ਵੀ। ਸਰ ਐਮਐਨਏ ਸਾਹਿਬ ਤੇ ਐਮਪੀਏ ਸਾਹਿਬ ਵੋਟਾਂ ਤੋਂ ਬਾਅਦ ਵਿਜ਼ਿਟ ਕੀਤਾ ਤੁਹਾਡਾ ਪਿੰਡ ਉਹਨਾਂ ਨੇ? ਸਰ ਮੇਰੇ ਹਿਸਾਬ ਨਾਲ ਤਾਂ ਵੋਟਾਂ ਤੋਂ ਬਾਅਦ ਤਾਂ ਮੈਂ ਕਦੇ ਵੇਖਿਆ ਹੀ ਨਹੀਂ। ਐਮਐਨਏ ਸਾਹਿਬ ਕੌਣ ਨੇ? ਰਾਣਾ ਇਰਾਦਰ ਸ਼ਰੀਫ। ਐਮਪੀਏ? ਐਮਪੀ ਜੀ ਡਾਕਟਰ ਫਰਖ। ਉਹਨਾਂ ਦੇ ਨਾਮ ਕੀ ਪੈਗਾਮ ਹੈ ਤੁਹਾਡਾ ਤੇ ਤੁਹਾਡੇ ਬੱਚਿਆਂ ਦਾ ਮੁਸਤਕਬਲ? ਤੁਸੀਂ ਵੋਟ ਦਿੰਦੇ ਹੋ, ਟੈਕਸ ਦਿੰਦੇ ਹੋ, ਤੁਹਾਨੂੰ ਲੱਭਦਾ ਕੀ ਹੈ? ਬਸ ਜੀ ਸਾਨੂੰ ਤਾਂ ਦੁਆਵਾਂ ਹੀ ਲੱਭਦੀਆਂ ਨੇ। ਫਿਰ ਹਾਲ ਤਾਂ ਇਸ ਪਿੰਡ ਵਿੱਚ ਹੋਰ ਤਾਂ ਕੁਝ ਲੱਭਿਆ ਕੋਈ ਅਜੇ ਤੱਕ। ਉਹਨਾਂ ਦੇ ਨਾਮ ਕੋਈ ਪੈਗਾਮ ਦਿਓ ਕਿ ਉਹਨਾਂ ਨੂੰ ਦਾਵਤ ਦਿਓਗੇ ਆਪਦੇ ਪਿੰਡ 'ਚ? ਪੈਗਾਮ ਉਹਨਾਂ ਨੂੰ ਇਹ ਹੈ ਕਿ ਮਿਹਰਬਾਨੀ ਕੀਤੀ ਜਾਵੇ, ਜਿਸ ਕਦਰ ਤੁਸੀਂ ਵੋਟਾਂ ਦੇ ਵਿੱਚ ਆ ਕੇ ਸਾਨੂੰ ਆਉਂਦੇ ਆ ਨਾ ਕਿ ਸਾਡੇ ਅਸੀਂ ਭਾਈ ਹੈਗੇ ਆ, ਤੁਹਾਡੇ ਹਰ ਮਸਲੇ ਹੱਲ ਕਰਾਂਗੇ, ਮਿਹਰਬਾਨੀ ਕੀਤੀ ਜਾਵੇ ਕਿ ਉਸ ਤਰੀਕੇ ਦੁਬਾਰਾ ਵੀ ਇੱਕ ਵਾਰੀ ਵਿਜ਼ਿਟ ਕਰ ਲਓ ਯਾਰ 5 ਸਾਲਾਂ ਵਿੱਚ। ਠੀਕ ਹੈ, ਇਹ ਤੁਹਾਡਾ ਹੱਕ ਬਣਦਾ ਹੈ, ਬੁਨਿਆਦੀ ਹੱਕ ਹੈ ਸਾਡੇ। ਸਾਡਾ ਬੁਨਿਆਦੀ ਹੱਕ ਹੈ ਸਾਡਾ। ਕੁਛ ਨਾ ਕੁਛ ਤਾਂ ਯਾਰ ਹੋਣਾ ਚਾਹੀਦਾ ਨਾ, ਇਹਨਾਂ ਵਿੱਚ ਪਿੰਡ ਜਾਣਾ ਚਾਹੀਦਾ। ਨੰਬਰਦਾਰ ਸਾਹਿਬ ਨੇ ਕਿੰਨੀ ਐਫਰਟ ਕੀਤੀ ਇਸ ਪਿੰਡ ਨੂੰ ਅੱਛਾ ਬਣਾਉਣ ਵਾਸਤੇ? ਨੰਬਰਦਾਰ ਸਾਹਿਬ ਚੌਧਰੀ ਮੀਆਂ ਜ਼ਹੂਰ ਅਹਿਮਦ ਨੰਬਰਦਾਰ ਹੈ ਜੀ। ਉਹਨਾਂ ਨੇ ਕਾਫੀ ਕੋਸ਼ਿਸ਼, ਉਹਨਾਂ ਦੀ ਕੋਸ਼ਿਸ਼ ਵੀ ਹੈਗੀ ਏ। ਅਗਾਂਹ ਉਹਨਾਂ ਦੇ ਹੁਣ ਬੇਟੇ ਹੈਗੇ ਨੇ ਮੀਆਂ ਇਮਰਾਨ ਜ਼ਹੂਰ ਨੰਬਰਦਾਰ, ਉਹਨਾਂ ਦੀ ਵੀ ਕੋਸ਼ਿਸ਼ ਹੈਗੀ ਹੈ। ਮਗਰ ਗੱਲ ਇਹ ਵੀ ਉਹ ਜੇ ਨੰਬਰਦਾਰ ਕੀ ਕਰਨਗੇ ਜੇ ਅੱਗੋਂ ਉਤੋਂ ਕੋਈ ਸਪੋਰਟ ਨਾ ਹੋਵੇ ਤਾਂ। ਮਰੀਮ ਨਵਾਜ਼ ਦੇ ਨਾਮ ਕੋਈ ਪੈਗਾਮ ਦਿਓਗੇ? ਉਹਨਾਂ ਨੇ ਬੜੇ ਪਿੰਡ ਪੰਜਾਬ ਦੇ ਮਾਡਲ ਵਿਲੇਜ ਕਰਤੇ ਨੇ, ਤੁਹਾਡਾ ਤੇ ਪਿੰਡ ਹੀ ਪਿੰਡ ਨਹੀਂ ਲੱਗਦਾ, ਮਾਡਲ ਵਿਲੇਜ ਤੇ ਬੜੀ ਦੂਰ ਦੀ ਗੱਲ ਹੈ। ਮਰੀਮ ਨਵਾਜ਼ ਸਾਹਿਬ ਨੂੰ ਮੇਰੀ ਇਹ ਹੀ ਅਪੀਲ ਹੈਗੀ ਹੈ ਕਿ ਜੋ ਨਿਜ਼ਾਮ ਬਾਹਰ ਪੈਰਾ ਫੋਰਸ ਜਾਂ ਅਗਲੀ ਪਿਛਲੀ ਜੋ ਫੋਰਸ ਕਰਦੀ ਫਿਰਦੀ ਹੈ, ਉਹ ਲਿਹਾਜ਼ਾ ਮਿਹਰਬਾਨੀ ਕੀਤੀ ਜਾਵੇ ਸਾਡੇ ਪਿੰਡ 'ਚ ਵੀ ਕਰ ਲਵਣ। ਬਹੁਤ ਸ਼ੁਕਰੀਆ। ਪਿੰਡ 'ਚ ਤਰੱਕੀਆਤੀ ਕੰਮ ਕਿੰਨੇ ਕੁ ਹੋਏ ਨੇ? ਇੰਨੇ ਉਹਨੇ ਕੋ ਨਹੀਂ ਜੀ, ਨਾ ਤਾਂ ਬਦਲੇ ਵੇਖ ਗਲੀਆਂ ਦੀ ਕੋਈ ਸਫਾਈ ਹੈ, ਨਾ ਕੋਈ ਨਾਲੀਆਂ ਦੇ ਕੰਮ ਹੋ ਰਿਹਾ। ਹਾਂ, ਤੇ ਹੋਣਾ ਚਾਹੀਦਾ। ਬਾਬਾ ਜੀ ਪੀਣ ਵਾਲਾ ਪਾਣੀ ਸਾਫ਼ ਹੈਗਾ ਇੱਥੇ? ਪੀਣ ਵਾਲਾ ਪਾਣੀ ਵੀ ਕੋਈ ਨਹੀਂ ਸਾਫ। ਕਿੱਥੋਂ ਲੈ ਕੇ ਆਉਂਦੇ ਹੋ ਸਾਫ਼ ਪਾਣੀ? ਬੱਚੇ ਬਿਮਾਰ ਨਹੀਂ ਹੁੰਦੇ ਗੰਦਾ ਪਾਣੀ ਪੀ? ਅੱਗੂ ਪਿੱਛੋਂ ਬਸ ਪਾਣੀ ਭਰ ਲਿਆ, ਕੋਈ ਨਹੀਂ ਓਡਾ ਪਾਣੀ ਸਾਫ। ਅਗਰ ਬਾਰਿਸ਼ ਪੈ ਜਾਵੇ ਤੇ ਕਿੰਨੇ ਦਿਨ ਪਿੰਡ ਦੇ ਚਿੱਕੜ ਰਹਿੰਦਾ? ਬਾਰਿਸ਼ ਪੈ ਜਾਵੇ ਇੱਕ ਦਿਨ 10-12 ਦਿਨ ਨਹੀਂ ਬਸ ਟੱਪਿਆ ਲੱਗ ਜਾਂਦਾ। ਨਮਾਜ਼ੀ ਮਸੀਤੇ ਕਿਵੇਂ ਜਾਂਦੇ ਨੇ? ਕੋਈ ਜਨਾਜ਼ਾ ਹੋਵੇ? ਬਸ ਐਵੇਂ ਹੀ ਔਖੇ ਸੌਖੇ ਟੱਪਦੇ ਬਸ। ਤੇ ਕਿੰਨੀ ਦੇਰ ਤੋਂ ਇਦਾਂ ਹੀ ਵੇਖਦੇ ਪਏ? ਇਹ ਤਾਂ ਸੰਤ ਬਾਬਾ ਸਾਫ ਹੋ ਗਏ ਜੀ। ਅੱਛਾ, ਤੇ ਤੁਹਾਡੇ ਐਮਐਨਏ ਤੇ ਐਮਪੀਏ ਸਾਹਿਬ ਵੋਟ ਲੈਣ ਤੋਂ ਬਾਅਦ ਇਸ ਪਿੰਡ 'ਚ ਆਉਂਦੇ ਨੇ? ਨਹੀਂ ਆਉਂਦੇ। ਨਾ ਸੀਵਰੇਜ ਮੇਰੀ ਤੁਹਾਡੇ ਸਾਹਮਣੇ ਜੀ, ਜੋ ਕੁਝ ਵੀ ਜੀ ਆ ਤੁਸੀਂ ਵੀ ਤੁਹਾਨੂੰ ਵੀ ਨਜ਼ਰ ਆ ਰਿਹਾ। ਨਾ ਸੀਵਰੇਜ, ਨਾ ਕੋਈ ਪੀਣੇ ਦਾ ਸਾਫ਼ ਪਾਣੀ, ਨਾ ਕੋਈ ਫਿਲਟਰ ਹੈਗਾ। ਤੇ ਤਲੀਮ ਵੀ ਬੱਚਿਆਂ ਦੀ ਬਸ ਪੂਰੀ ਸੂਰੀ ਜੀ ਇੱਥੇ ਨਹੀਂ ਹੈ ਜੀ। ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚ ਵਾਟਰ ਫਿਲਟਰੇਸ਼ਨ ਪਲਾਂਟ ਲੱਗੇ ਨੇ, ਜੀ ਇੱਥੇ ਨਹੀਂ ਹੈ। ਥੱਲੜਾ ਪਾਣੀ ਕੈਸਾ ਤੁਹਾਡਾ? ਥੱਲੇ ਵਾਲਾ ਪਾਣੀ ਤਕਰੀਬਨ 300 ਤੋਂ ਬਾਅਦ ਜਾ ਕੇ ਠੀਕ ਹੈ, ਉਸ ਤੋਂ ਪਹਿਲਾਂ ਖਰਾਬ ਹੀ ਹੈ। ਹਰ ਬੰਦਾ 300 ਫੁੱਟ ਬੋਰ ਕਰਾ ਸਕਦਾ? 300 ਫੁੱਟ ਬੋਰ ਨਹੀਂ ਕਰਾ ਸਕਦਾ, ਗਰੀਬ ਆਦਮੀ ਦੀ ਪਹੁੰਚ ਤੋਂ ਦੂਰ ਹੈ। ਪਾਣੀ ਨਾਲ ਬੱਚੇ ਬਿਮਾਰ ਨਹੀਂ ਹੁੰਦੇ? ਬਿਮਾਰ ਹੋ ਰਹੇ ਨੇ ਜੀ। ਤੇ ਅਗਰ ਮੈਂ ਸਿਹਤ ਦੀ ਗੱਲ ਕਰਾਂ ਤਾਂ ਤੁਹਾਡੇ ਨਜ਼ਦੀਕ ਤਰੀਨ ਸਿਹਤ ਦਾ ਕੋਈ ਮਰਕਜ਼ ਹੈਗਾ? ਸਿਹਤ ਦਾ ਕੋਈ ਮਰਕਜ਼ ਨਹੀਂ ਜੀ ਇੱਥੇ। ਕਿੱਥੇ ਜਾਂਦੀ ਹੈ ਆਵਾਮ? 149 ਵੀ। ਇਸ ਪੂਰੇ ਪਿੰਡ ਨੂੰ ਵਿਜ਼ਿਟ ਕਰਨ ਤੋਂ ਬਾਅਦ ਪਤਾ ਲੱਗਾ ਵੀ ਕਿਸੇ ਪਿੰਡ ਗਲੀ ਦੇ ਇੱਕ ਦੇ ਵਿੱਚ ਸੋਲੰਗ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਬਸ ਜੀ ਇੱਥੋਂ ਦੇ ਜਿਹੜੇ ਮਾਸ਼ਾਅੱਲਾ ਬੜੇ ਲੋਕ, ਹਾਂਜੀ, ਉਹਨਾਂ ਦੀ ਜੋ ਵੀ ਹੈ ਐਮਪੀ ਐਮਐਨਏ ਤੇ ਉਹਨਾਂ ਨੂੰ ਪਤਾ ਹੈ ਜੀ ਇੱਥੇ ਕਿਉਂ ਨਹੀਂ ਇੱਥੇ ਦੇ ਰਿਹਾ ਸਾਨੂੰ ਸਹੂਲਤ। ਐਮਐਨਏ ਸਾਹਿਬ ਨੂੰ ਤੇ ਐਮਪੀ ਸਾਹਿਬ ਨੂੰ ਵੇਖਿਆ ਕਿ ਵਿਜ਼ਿਟ ਕਰਨ ਆਏ ਹੋਣ? ਕੋਈ ਨਹੀਂ ਜੀ, ਕਦੇ ਨਹੀਂ ਵੇਖਿਆ। ਲਾਸਟ ਟਾਈਮ ਉਹਨਾਂ ਨੂੰ ਕਿਦੋਂ ਇਸ ਪਿੰਡ 'ਚ ਵੇਖਿਆ? ਜਦੋਂ ਵੋਟਾਂ ਆਈਆਂ ਸਨ ਜੀ, ਉਸ ਤੋਂ ਬਾਅਦ ਨਹੀਂ ਵੇਖਿਆ ਜੀ। ਅੱਜ ਤੁਹਾਨੂੰ ਸੀਵਰੇਜ ਆਈ ਹੈ, ਸੀਵਰੇਜ ਵੀ ਮੁਕੰਮਲ ਨਹੀਂ ਪਈ ਤਕਰੀਬਨ। ਹੁਣ ਸਾਡੇ ਪਿੰਡ ਦਾ ਜਨਾਜ਼ਾ ਹੁਣ ਜਾਣਾ ਹੈ ਤੇ ਦੇਖ ਲਓ ਜੇ ਵੀ ਕਿਧਰ ਦੀ ਗਲੀ ਕਿਹੜੀ ਗਲੀ 'ਚ ਲੈ ਕੇ ਜਾਈਏ। ਕੋਈ ਵੀ ਗਲੀ ਸਹੀ ਨਹੀਂ ਹੈਗੀ ਜਿੰਦੇ ਜੋ ਵੀ ਆਸਾਨੀ ਨਾਲ ਗੁਜ਼ਰ ਸਕੀਏ। ਅਗਰ ਬਾਰਿਸ਼ ਪੈ ਜਾਵੇ ਤੇ ਨਮਾਜ਼ੀ ਉਹਦੇ ਇੱਥੋਂ ਕੋਈ ਬੰਦਾ, ਨਾ ਕੋਈ ਨਮਾਜ਼ੀ, ਨਾ ਕੋਈ ਪੈਦਲ ਵਾਲਾ, ਨਾ ਕੋਈ ਮੋਟਰਸਾਈਕਲ ਵਾਲਾ, ਕੋਈ ਵੀ ਨਹੀਂ ਇੱਥੇ ਗੁਜ਼ਰ ਸਕਦਾ ਜੀ। ਉਹਦੇ ਵਾਸਤੇ ਉੱਚੇ ਕਰਨੇ ਪੈਣਗੇ ਜੀ ਪਹੁੰਚੇ ਤੇ ਫਿਰ ਜਾ ਕੇ ਉਹਨੂੰ ਵਿੱਚੋਂ ਦੀ ਆਉਣਾ ਪੈਣਾ। ਐਮਐਨਏ ਸਾਹਿਬ ਤੇ ਐਮਪੀਏ ਸਾਹਿਬ ਤੁਹਾਨੂੰ ਅੱਜ ਵੇਖਦੇ ਪਏ, ਉਹਨਾਂ ਦੇ ਨਾਮ ਇਸ ਪਿੰਡ ਦੇ ਹਵਾਲੇ ਨਾਲ ਕੋਈ ਪੈਗਾਮ ਦਿਓ? ਐਮਪੀ ਐਮਐਨਏ ਸਾਹਿਬ ਨੂੰ ਸ਼ਰਮ ਆਉਣੀ ਚਾਹੀਦੀ ਸਾਡੇ ਪਿੰਡ ਵਾਸਤੇ ਕੁਝ ਕਰਨ ਜੀ। ਇਸ ਤੋਂ ਵੀ ਵੋਟ ਲੈਂਦੇ ਨੇ, ਸਾਡੇ ਕਿਹੜਾ ਵੋਟ ਦੇ ਵਿੱਚ ਕੋਈ ਆਉਂਦੇ ਹਰ ਬਾਬੇ ਕਹਿ ਦਿੰਦੇ ਕੋਈ ਸ਼ਾਇਦ ਫੁੱਟ ਸ਼ਾਟੂ ਨਹੀਂ ਲੱਗਦੀ। ਅਸੀਂ ਵੀ ਇਸ ਪਿੰਡ ਦੇ ਰਹਿਸ਼ੀ ਹਾਂ ਜੀ। ਇਸ ਪਿੰਡ ਦੇ ਵਿੱਚ ਆਹ ਦਾ ਵਿੱਚੋਂ ਹੈ ਹੀ ਨਹੀਂ ਸਾਡਾ ਪਿੰਡ ਪੰਜਾਬ ਦੇ ਵਿੱਚ, ਜਾਂ ਸਾਡਾ ਨਾਂ ਨਹੀਂ ਹੈਗਾ ਤਾਂ ਫਿਰ ਸਾਨੂੰ ਨਾਂ ਦੇਵਣ। ਅਗਰ ਸਾਡਾ ਨਾਂ ਹੈਗਾ ਤਾਂ ਸਾਨੂੰ ਦੇਵਣ ਜੀ ਇਹਦੀ ਸਹੂਲਤ। ਬਹੁਤ ਸ਼ੁਕਰੀਆ। ਮੈਂ ਸ਼ਹਿਜ਼ਾਦ। ਕਿੰਨੀ ਦੇਰ ਤੋਂ ਰਹਿੰਦੇ ਪਏ 151 ਵਿੱਚ? ਜਦੋਂ ਦੇ ਪੈਦਾ ਹੋਏ ਉਦੋਂ ਦੇ ਹੀ ਰਹਿ ਰਹੇ ਤੁਹਾਡੇ ਵਾਲਦ ਸਾਹਿਬ ਵੀ ਇੱਥੇ? ਇੱਥੋਂ ਦੇ ਜੀ। ਦਾਦਾ ਅਬੂ ਵੀ? ਹਾਂਜੀ।
ਸਰ ਇਸ ਪਿੰਡ 'ਚ ਅਗਰ ਮੈਂ ਸਹੂਲੀਅਤ ਦੀ ਗੱਲ ਕਰਾਂ ਤਾਂ ਕਿੰਨੀਆਂ ਕੁ ਸਹੂਲੀਅਤ ਕੋਈ ਸਹੂਲੀਅਤ ਨਹੀਂ ਹੈ ਜੀ। ਕੀ ਕਹੋਗੇ ਸਰ? ਪੀਣ ਵਾਲਾ ਪਾਣੀ ਹੈਗਾ? ਨਹੀਂ ਜੀ, ਸੀਵਰੇਜ ਦਾ ਨਿਜ਼ਾਮ ਹੈਗਾ? ਹੈਗਾ ਜੀ, ਨਾ ਹੋਇਆ ਰੰਗਈਆ। ਕਿੰਨੀਆਂ ਗਲੀਆਂ 'ਚ ਰੋਡ ਨੇ ਸੋਲੰਗਾ, ਕਿੰਨੀਆਂ 'ਚ ਨਹੀਂ ਹੈਗੇ? ਸਿਰਫ ਇੱਕ ਮਿਹਨਤ ਹੀ ਹੈਗਾ ਜੀ, ਜਿਹੜਾ ਵੀ ਸਿਸਟਮ ਹੈਗਾ ਇੱਕ ਮਿਹਨਤ ਹੀ ਆ ਜੀ, ਬਾਕੀ ਕਿਸੇ ਵੀ ਬਾਜ਼ਾਰ ਵਿੱਚ ਕੋਈ ਸਹੂਲਤ ਨਹੀਂ ਹੈ। ਅਗਰ ਬਾਰਿਸ਼ ਪੈ ਜਾਵੇ ਤੇ ਪਿੰਡ ਦੇ ਵਿੱਚ ਕਿੰਨੇ ਦਿਨ ਚਿੱਕੜ ਰਹਿੰਦਾ ਹੈ? ਕਮ ਸੇ ਕਮ 20 ਤੋਂ 25 ਦਿਨ ਤਾਂ ਲੱਗ ਹੀ ਜਾਂਦੇ ਨੇ। ਕੋਈ ਮਹਿਮਾਨ ਆ ਜਾਵੇ ਤਾਂ ਉਹ ਇਹੀ ਕਹਿੰਦਾ ਕਿ ਆ ਪਿੰਡ ਹੈ ਕੋਈ, ਹਾਲਾਂਕਿ ਇਸ ਪਿੰਡ ਦੇ ਵਿੱਚ ਯੂਨੀਅਨ ਕੌਂਸਲ ਵੀ ਮੌਜੂਦ ਹੈ। ਪਰ ਇਸ ਪਿੰਡ ਦੇ ਵਿੱਚ ਸਹੂਲਤ ਹੈਗੀ ਕੋਈ ਸਿਹਤ ਦੀ? ਨਹੀਂ ਜੀ, ਕੋਈ ਹਸਪਤਾਲ, ਕੋਈ BHU ਬੁਨਿਆਦੀ ਮਰਕਜ਼ ਸਿਹਤ? ਜਿਹੜਾ ਸਾਡੇ ਵਾਲਾ ਉਹ 149 'ਚ ਬਣਿਆ ਹੋਇਆ, ਸਾਡੇ ਪਿੰਡ 'ਚ ਨਹੀਂ ਤੁਸੀਂ ਬਣਿਆ। ਕਿੱਥੇ ਜਾਂਦੇ? ਅਸੀਂ ਸਾਨੂੰ ਉੱਥੇ ਹੀ ਜਾਣਾ ਪੈਂਦਾ ਹੈ। ਤੇ ਅਗਰ ਕੋਈ ਐਮਰਜੈਂਸੀ ਪੇਸ਼ੈਂਟ ਹੋਵੇ, ਕੋਈ ਡਿਲੀਵਰੀ ਕੇਸ, ਕਿੱਥੇ ਜਾਂਦਾ ਹੈ? ਹੁਆਰਫ ਵੱਲ ਜਾਂਦਾ ਹੈ। ਪਹੁੰਚ ਜਾਂਦਾ ਹੈ? ਤਕਰੀਬਨ ਇੱਥੋਂ 8 ਤੋਂ 10 ਕਿਲੋਮੀਟਰ ਦੂਰ ਹੈ ਸਾਡੇ ਤੋਂ। ਵਾਲੇकुम सलाम। ਭਾਈਜਾਨ ਕੀ ਨਾਮ? ਮੁਹੰਮਦ ਰਿਆਜ਼। ਇਸ ਪਿੰਡ 'ਚ ਕਿੰਨੀ ਦੇਰ ਤੋਂ ਰਹਿੰਦੇ ਪਏ? ਤਕਰੀਬਨ ਪਿਛਲੇ 10-12 ਸਾਲ ਤੋਂ। ਤੇ ਤੁਸੀਂ ਪਿੰਡ 'ਚ ਸਹੂਲੀਅਤ ਕਿੰਨੀਆਂ ਕੁ ਵੇਖੀਆਂ ਹੁਣ ਤੱਕ ਤੁਹਾਡੇ ਵਾਸਤੇ, ਤੁਹਾਡੇ ਬੱਚਿਆਂ ਵਾਸਤੇ ਕੀ ਸਹੂਲਤ ਹੈ? ਇੱਕ ਯੂਨੀਅਨ ਕੌਂਸਲ ਹੈ ਸਾਡੇ ਪਿੰਡ 'ਚ, ਇੱਕ ਡੰਗਰਾਂ ਵਾਲਾ ਹਸਪਤਾਲ ਹੈ। ਇਸ ਤੋਂ ਇਲਾਵਾ ਸਾਨੂੰ ਜਿਹੜੀਆਂ ਵੀ ਸਹੂਲਤਾਂ ਮਿਲ ਰਹੀਆਂ ਨੇ ਜਾਂ ਆਰਫ ਵਾਲਾ 'ਚ ਮਿਲਦੀਆਂ ਨੇ ਜਾਂ ਸਾਡੇ ਨਾਲ ਚੱਕ ਕੇ 2 ਕਿਲੋਮੀਟਰ ਤੇ 149 ਵੀ ਉਧਰ ਸੇ ਮਿਲती हमें। ਮਤਲਬ ਇਸ ਪਿੰਡ ਦੀਆਂ ਗਲੀਆਂ ਵੇਖੀਆਂ ਜਾਣ ਤੇ ਸੋਲੰਗ ਲੱਗਾ ਹੈ? ਨਹੀਂ, ਬਾਰਿਸ਼ ਤੋਂ ਬਾਅਦ ਇਸ ਪਿੰਡ ਦਾ ਕੀ ਹਾਲ ਹੁੰਦਾ ਹੈ? ਇਸ ਪਿੰਡ ਦਾ ਹਾਲ ਇਹ ਹੁੰਦਾ ਹੈ ਕਿ ਗੁਜ਼ਰਨਾ ਬਹੁਤ ਮੁਸ਼ਕਲ ਹੋ ਜਾਂਦਾ। 10 ਤੋਂ 15 ਦਿਨ ਬਹੁਤ ਮੁਸ਼ਕਲ ਹੁੰਦੇ ਨੇ। ਉਸ ਤੋਂ ਬਾਅਦ ਚਿੱਕੜ ਖੁਸ਼ਕ ਹੋ ਜਾਂਦਾ ਹੈ, ਫਿਰ ਗੁਜ਼ਰੋ ਬਸਰ ਠੀਕ ਹੋ ਜਾਂਦਾ। ਇਸ ਪਿੰਡ 'ਚ ਸੀਵਰੇਜ ਦਾ ਨਿਜ਼ਾਮ ਕੈਸਾ? ਤਕਰੀਬਨ ਅੱਧਾ ਕੁ ਚੱਲ ਰਿਹਾ, ਅੱਧਾ ਕੁ ਬੰਦ ਹੈ। ਤੇ ਮੁੰਡਿਆਂ ਦਾ ਹਾਈ ਸਕੂਲ ਆ ਜਾਂ ਕੁੜੀਆਂ ਦਾ ਮਿਡਲ ਆ, ਦੋਵੇਂ ਕਿਸ ਲੈਵਲ ਤੇ ਕਰਨੇ? ਕੁੜੀਆਂ ਦਾ ਵੀ ਹੁਣ ਮਿਡਲ ਹੋਇਆ, ਪਹਿਲੇ ਪ੍ਰਾਇਮਰੀ ਸੀ, ਤੇ ਮੁੰਡਿਆਂ ਦਾ ਵੀ ਹੁਣ ਮਿਡਲ ਹੋਇਆ, ਪਹਿਲੇ ਪ੍ਰਾਇਮਰੀ ਸੀ। ਐਸੇ ਸਾਲੀ ਕਲਾਸਾਂ ਬੈਠੀਆਂ ਨੇ। ਆਪਣੇ ਮਰੀਜ਼ ਨੂੰ ਕਿੱਥੇ ਲੈ ਕੇ ਜਾਂਦੇ? ਅਸੀਂ ਆਰੇ ਵਾਲਾ। ਇਸ ਪਿੰਡ ਦੀ ਇਸ ਹਾਲਤ ਉੱਤੇ ਕਿਤੇ MN ਤੇ MBA ਨੂੰ ਪੁੱਛਿਆ? नहीं हमने कभी नहीं पूछा। ਉਹ ਵਿਜ਼ਿਟ ਕਰਨ ਆਉਂਦੇ ਨੇ? ਕਿਉਂਕਿ ਇਸ ਗਾਉਂ ਦੇ ਜਿਹੜੇ ਹੈਗੇ ਨੇ ਨਾ ਵੱਡੇ ਜਿਹੜੇ ਲੋਕ ਹੈਗੇ ਨੇ ਨੰਬਰਦਾਰ ਵਗੈਰਾ, ਉਹਨਾਂ ਨਾਲ ਹੀ ਉਹਨਾਂ ਦੇ ਤਾਲੁਕਾਤ ਨੇ। ਕਿਸੇ ਮਾੜੇ ਬੰਦੇ ਨਹੀਂ ਉਹ ਪੁੱਛਦੇ ਦੱਸਦੇ। ਤੇ ਜਦੋਂ ਦੀ ਵੋਟ ਕਾਸਟ ਹੋਏ ਨੇ ਇੱਥੋਂ ਨੂਨ ਲੀਗ ਜਿੱਤੀ ਹੈ, ਤੇ ਕਦੇ ਨਹੀਂ ਅਸੀਂ ਉਹਨਾਂ ਨੂੰ ਵੇਖਾ ਕਿ ਇਲੈਕਸ਼ਨ ਤੋਂ ਬਾਅਦ ਉਹ ਇੱਥੇ ਆਏ ਹੋਣ। ਪੀਣ ਵਾਲਾ ਪਾਣੀ ਹੈਗਾ? ਪੀਣ ਵਾਲਾ ਪਾਣੀ ਅਭੀ ਪਿਛਲੇ ਸਾਲ ਹੀ ਇਹ ਫਿਲਟਰ लगा है, ਚੱਲਦਾ ਪਿਆ अभी चल रहा है। ਤੇ ਪਿੰਡ ਦਾ ਬਾਕੀ ਪਾਣੀ ਜਿਹੜਾ ਜ਼ਮੀਨੀ ਉਹ ਕੈਸਾ ਵਾ? वो मीठा है, पीने ठीक है जी। ਹਰ ਬੰਦਾ ਉਹ ਬੋਰ ਕਰਕੇ ਪਾਣੀ ਹਾਸਲ ਕਰ ਸਕਦਾ? हाँ आ सकते हैं। MN ਤੇ MPA ਸਾਹਿਬ ਦੇ ਨਾਮ ਕੋਈ ਪੈਗਾਮ ਦਿਓਗੇ ਆਪਦੇ ਪਿੰਡ ਦੇ ਹਵਾਲੇ ਨਾਲ? ਇਹੀ ਪੈਗਾਮ ਹੈ ਕਿ ਅਗਰ ਜੇ ਤੁਸੀਂ ਵੋਟ ਸਾਡੇ ਕੋਲ ਲੈ ਕੇ ਤੇ ਵੱਡੇ ਬੰਦਿਆਂ ਨੂੰ ਸਹੂਲੀਅਤ ਦੇਣੀਆਂ ਨੇ ਤੇ ਫਿਰ ਕੋਈ ਫਾਇਦਾ ਨਹੀਂ। ਤੇ ਤੁਹਾਡੀ ਮਿਹਰਬਾਨੀ, ਅਗਰ ਵੋਟ ਅਸੀਂ ਦੋਨੋਂ ਦੇਣੇ ਤੇ ਫਿਰ ਸਾਡੇ ਨਾਲ ਵੀ ਤੁਸੀਂ ਕੋਈ ਗੌਰ ਕਰੋ। ਆਹ ਗਲੀਆਂ ਵੇਖ ਲਓ ਤੁਸੀਂ ਕੀ ਹਾਲਤ ਹੈ। ਅਸੀਂ ਵੀ ਇਸ ਪਿੰਡ ਦਾ ਰਹਿਣ ਵਾਲੇ ਹਾਂ, ਇਸ ਮੁਲਕ ਦਾ ਹਿੱਸਾ ਹਾਂ ਅਸੀਂ ਵੀ, ਤੇ ਸਾਡੇ ਵੀ ਪਿੰਡ ਤੇ ਕੋਈ ਗੌਰ ਫਿਕਰ ਕੀਤਾ ਜਾਵੇ। ਜੀ ਵਾਲੇकुम अस्सलाम। ਭਾਈਜਾਨ ਕੀ ਨਾਮ? ਖਿਜ਼ਰਾਯਾਤ ਜੀ। 151 ਦੇ ਰਹਿਸ਼ੀ ਹੋ ਜੀ? ਇੱਕ ਬੇਸ਼ੱਕ ਕਿੰਨੀ ਦੇਰ ਤੋਂ ਰਹਿੰਦੇ ਪਏ? 15 ਸਾਲ ਤੋਂ। ਤੁਹਾਡੇ ਵਾਲ ਸਾਹਿਬ ਵੀ ਇੱਥੇ ਰਹਿੰਦੇ ਸੀ? ਹਾਂਜੀ। ਸਰ ਅਸੀਂ ਇਹ ਪਿੰਡ ਵਿਜ਼ਿਟ ਕੀਤਾ ਪੂਰਾ। ਸਹੂਲੀਅਤ ਉੱਤੇ ਗੱਲ ਹੋ ਰਹੀ ਹੈ ਕਿ ਇਸ ਪਿੰਡ ਦੇ ਰਹਿਣ ਵਾਲੇ ਲੋਕ ਜਿਹੜੇ ਨੇ ਬੁਨਿਆਦੀ ਸਹੂਲੀਅਤ ਤੋਂ ਕਿੰਨੇ ਮੁਤਫਿਕ ਨੇ। MN ਤੇ MPA ਸਾਹਿਬ ਦੇ ਨਾਮ ਕੀ ਪੈਗਾਮ ਆ? ਤੁਹਾਡੀ ਵੋਟ ਦੀ ਕੀ ਕਦਰ ਆ? ਜੈਨੂਅਨ ਜਿਹੜੀ ਕਹਾਣੀ ਹੈ ਜੀ, ਵੋਟ ਦੀ ਕਦਰ ਸਾਡੀ ਕੋਈ ਨਹੀਂ ਹੈਗੀ। ਇਹਦੇ ਜ਼ਿੰਮੇਦਾਰ ਸਭ ਤੋਂ ਮੇਨ ਜਿਹੜੀ ਚੀਜ਼ ਹੈ ਨਾ, ਸਿਆਸਤ ਤੋਂ ਹਟ ਕੇ ਅਸੀਂ ਖੁਦ ਜ਼ਿੰਮੇਦਾਰ ਹਾਂ। ਆਵਾਮ ਸਭ ਤੋਂ ਪਹਿਲੀ ਕਸੂਰਵਾਰ ਅਸੀਂ ਹਾਂ। ਕਿਸ ਤਰ੍ਹਾਂ? ਉਹ ਇਸ ਤਰ੍ਹਾਂ ਕਿ ਜਦੋਂ ਸਵੇਰੇ ਸਾਡੇ ਕੋਲੇ ਆ ਜਾਂਦੇ ਨੇ, ਅਸੀਂ ਅਦਰ ਬੋਰ ਤੇ ਬੋਰ ਲਾ ਦਿੰਦੇ ਹਾਂ, ਠੱਪੇ ਤੇ ਠੱਪਾ ਲਾ ਦਿੰਦੇ ਹਾਂ। ਸਵੇਰੇ ਸਾਡੀ ਕੋਈ ਬਾਤ ਨਹੀਂ ਪੁੱਛਣ ਵਾਲਾ ਹੁੰਦਾ। ਸਾਨੀ ਕਿ ਜਾਂ ਇੱਕ ਵੋਟ ਦੇਣ ਤੋਂ ਬਾਅਦ ਤੁਹਾਡੀ ਕਦਰ ਜ਼ੀਰੋ? ਜ਼ੀਰੋ। ਪੂਰੇ 5 ਸਾਲ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ? ਅੱਲਾ ਦਾ ਕਰਮ ਹੈ, ਕਿੰਨੇ ਆਣ ਕੇ ਪੁੱਛਣਾ ਸਾਨੂੰ? ਬਸ ਉਹਨਾਂ ਦਾ ਮਤਲਬ ਨਿਕਲ ਗਿਆ, ਬਸ ਉਹ ਕੌਣ ਤੇ ਅਸੀਂ ਕੌਣ। ਪਿੰਡ 'ਚ ਕੀ ਸਹੂਲਤ ਹੈ? ਕੀ ਕਹੋਗੇ ਆਪਦੇ ਪਿੰਡ ਤੇ? ਸਾਡੇ ਪਿੰਡ ਦੇ ਵਿੱਚ ਤਾਂ ਸਭ ਤੋਂ ਵੱਡੀ ਸਹੂਲਤ ਤਾਂ ਇਹ ਹੈ ਕਿ ਸਾਡੇ ਗਟਰਾਂ ਦਾ ਪਾਣੀ ਹੈ ਜਿਹੜਾ ਉਹ ਸਾਡੀਆਂ ਗਲੀਆਂ ਦੇ ਵਿੱਚ ਫਿਰਦਾ ਹੈ। ਸੀਵਰੇਜ ਦਾ ਨਿਜ਼ਾਮ ਜ਼ੀਰੋ ਤੋਂ ਜ਼ੀਰੋ ਹੋਇਆ ਪਿਆ। ਦੂਸਰੇ ਨੰਬਰ ਤੇ ਸਾਡੇ ਗਲੀਆਂ ਜਿਹੜੀਆਂ ਨੇ, ਇੱਕ ਵਾਰੀ ਬਾਰਿਸ਼ ਆ ਜਾਂਦੀ ਹੈ 10 ਦਿਨ ਅਸੀਂ ਲੰਘਣ ਤੋਂ ਬੜੇ ਪਰੇਸ਼ਾਨ ਹੋ। ਕੋਈ ਫੌਤ ਕੀ ਸ਼ਾਦੀ ਜਨਾਜ਼ਾ ਕਿਦਾਂ? ਉਹ ਜਨਾਜ਼ੇ ਤਾਂ ਫਿਰ ਅਸੀਂ ਜੀ ਟਰਾਲੀਆਂ ਤੇ ਲੈ ਤੇ ਲੰਘ ਜਾਾਂਗੇ, ਕਿਉਂਕਿ ਉਹਦੇ ਵਿੱਚ ਸਿਆਸਤਦਾਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਕਿਉਂਕਿ ਉਹ ਮਰਦੇ ਨੇ ਤੇ ਸਾਡੇ ਉਹਨਾਂ ਨੂੰ ਵੋਟਾਂ ਨਾਲ ਘਰਾਂ ਤੇ ਵੋਟ ਲੈ ਤੇ ਡੰਡੀ ਲੱਗ ਜਾਂਦੇ ਨੇ। ਪੱਟੀ ਕਿੱਥੇ ਵੇਚਦੀ ਮਰਨ ਵਾਲੇ ਦੀ? ਉਹ ਜਿੱਥੇ ਵੀ ਸਾਨੂੰ ਕੋਈ ਮਾਕੂਲ ਜਗ੍ਹਾ ਮਿਲ ਜਾਂਦੀ ਹੈ ਅਸੀਂ ਆਦਾ ਬਾਹਰ ਬਹਿ ਜਾਂਦੇ ਹਾਂ। ਸਾਨੂੰ ਹੋਰ ਕੀ ਹੋਣਾ ਸਾਡੇ ਨਾਲ? ਮਸਜਿਦ ਦੇ ਨਮਾਜ਼ੀ ਕਿੱਦਾਂ ਜਾਂਦੇ ਬਾਰਿਸ਼ ਤੋਂ ਬਾਅਦ? ਇਹ ਇਸ ਤਰ੍ਹਾਂ ਜਾਂਦੇ ਨੇ, ਇੱਥੇ ਉਹਨਾਂ ਦੇ ਸ਼ਲਵਾਰਾਂ ਹੁੰਦੀਆਂ ਨੇ ਕਿ ਇਹ ਇਸ ਤਰ੍ਹਾਂ ਜਾਂਦੇ ਨੇ, ਇੱਥੇ ਉਹਨਾਂ ਦੇ ਸ਼ਲਵਾਰਾਂ ਹੁੰਦੀਆਂ ਨੇ ਕੀਤੀਆਂ, ਤੇ ਉਹ ਜਾ ਕੇ ਤੇ ਮਸਜਿਦ ਦੇ ਵਿੱਚ ਦੁਬਾਰਾ ਜਾ ਕੇ ਤੇ ਧੋ ਲੈਂਦੇ ਨੇ। ਸਰ ਪੀਣ ਵਾਲੇ ਪਾਣੀ ਦੇ ਉੱਤੇ ਕੀ ਗੱਲ ਕਰੋਗੇ? ਇਸ ਪਿੰਡ ਦਾ ਪੀਣ ਵਾਲਾ ਪਾਣੀ ਠੀਕ ਹੈ ਤੇ ਤੁਹਾਡੇ ਕੋਲ ਸਹੂਲਤ ਹੈਗੀ ਹੈ? ਪੀਣ ਵਾਲਾ ਪਾਣੀ ਸਾਡਾ ਠੀਕ ਹੈ, ਲੇਕਿਨ ਉਹਦੇ ਵਿੱਚ ਸਾਡੀ ਕੈਟਾਗਰੀ ਹੈ, ਉਹ ਕਿਸੇ ਸਿਆਸਤਦਾਨ ਦੀ ਕੈਟਾਗਰੀ ਨਹੀਂ ਹੈ। ਕਿਉਂਕਿ ਅਸੀਂ ਬੋਰ ਨੀਵੇਂ ਕਰਾ ਲਏ ਨੇ, ਉਹਦੇ ਵਿੱਚ ਸਾਨੂੰ ਸਿਆਸਤਦਾਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਮਫਾਦ ਸਿਆਸਤਦਾਨਾਂ ਦਾ ਸਾਨੂੰ ਇਹ ਚਾਹੀਦਾ ਹੈ ਵੀ ਸਾਡੇ ਪਿੰਡ ਦੇ ਵਿੱਚ ਜਿਹੜੇ ਆ ਗਲੀਆਂ ਖਰਾਬ ਪਈਆਂ ਨੇ, ਉਹਨਾਂ ਦੇ ਵਿੱਚ ਹੋਰ ਕੁਝ ਨਾ ਹੋਵੇ ਤੇ ਸੁਲੰਗ ਲੱਗ ਜਾਵੇ। ਜਿਹੜੀ ਜਗ੍ਹਾ ਤੇ ਸਾਡੇ ਸੀਵਰੇਜ ਨਹੀਂ ਹੈਗਾ,
ਨਾਲੀ ਨਹੀਂ ਹੈਗੀ, ਨਾਲੀ ਲੱਗ ਜਾਵੇ। ਹੁਣ ਸਾਡੇ ਜਿਹੜੇ ਮਹੱਲੇ ਨੇ, ਮੇਨ ਚੀਜ਼ ਜਿਹੜੀ ਮੈਂ ਕਹਿੰਦਾ ਵੀ ਅਸੀਂ ਕਸੂਰਵਾਰ ਆ, ਕਿਉਂਕਿ ਅਸੀਂ ਇੱਕ ਜਗ੍ਹਾ ਤੇ ਮੁਤਫਿਕ ਨਹੀਂ ਹੁੰਦੇ। ਧੜੇ ਬਣੇ ਨੇ। ਧੜੇ ਬਣੇ ਨੇ ਤੇ ਜਿਹੜਾ ਬੰਦਾ ਜਿੱਤ ਜਾਂਦਾ, ਜਿੱਧਰ ਉਹਦਾ ਕੋਈ ਤਾਲੁਕ ਵਾਸਤਾ ਹੁੰਦਾ ਹੈ, ਉਹ ਉਸ ਪਾਸੇ ਕੋਈ ਸਹੂਲਤ ਦਿੰਦਾ ਹੈ, ਤੇ ਜਿਹਦਾ ਨਹੀਂ ਹੁੰਦਾ ਉਹ ਬੈਠਾ ਹੈ, ਭਾਵੇਂ ਉਹਨੇ ਵੋਟ ਪਾਇਆ ਹੈ, ਭਾਵੇਂ ਉਹਨੇ ਨਹੀਂ ਪਾਇਆ। ਇਸ ਪਿੰਡ ਦੇ ਵਿੱਚ ਯੂਨੀਅਨ ਕੌਂਸਲ ਹੈਗੀ ਆ, ਉੱਥੋਂ ਦੇ ਕੀ ਹਾਲਾਤ ਨੇ? ਯੂਨੀਅਨ ਕੌਂਸਲ ਦੇ ਬੂਹੇ ਦੇ ਅੱਗੇ ਅਸੀਂ ਜਨਾਬ ਕੂੜੇ ਦਾ ਨਿਜ਼ਾਮ ਚਲਾਇਆ ਹੋਇਆ ਹੈ, ਯਾਰ ਅਸੀਂ ਦੇਖ ਕੇ ਆਏ ਹਾਂ। ਤੇ ਬਸ ਉਹ ਤੁਹਾਨੂੰ ਦੱਸਣ ਦੀ ਜ਼ਰੂਰਤ ਹੀ। ਸੁਥਰਾ ਪੰਜਾਬ ਕੀ ਕਰ ਰਿਹਾ ਹੈ? ਉਹ ਸੁਥਰਾ ਪੰਜਾਬ ਜਿੱਥੇ ਲਿਖਿਆ ਹੁੰਦਾ ਉੱਥੇ ਤਾਂ ਸਭ ਤੋਂ ਜ਼ਿਆਦਾ ਗੰਦ ਹੁੰਦਾ ਹੈ। ਇਸ ਪਿੰਡ 'ਚ 2 ਜੌਹੜ ਨੇ, ਵੱਡੇ ਤਾਲਾਬ ਨੇ, ਬੱਚੇ ਬਿਮਾਰ ਨਹੀਂ ਹੁੰਦੇ? ਬੱਚੇ ਬਿਮਾਰ ਹੁੰਦੇ ਨੇ ਤਾਂ ਉਹ ਸਾਡੀ ਸਿਰ ਪੀੜੇ ਸਿਆਸਤਦਾਨਾਂ ਨੂੰ ਉਸ ਗੱਲ ਨਾਲ ਨਹੀਂ ਹੈ। ਉਹਨਾਂ ਹਾਦਸਾਤ ਨਹੀਂ ਹੁੰਦੇ? ਕੁੜੀਆਂ ਦੇ ਸਕੂਲ ਦੇ ਸਾਹਮਣੇ ਜੌਹੜ। ਤੇ ਬੱਚੇ ਬਿਮਾਰ ਹੁੰਦੇ ਨੇ, ਉਹਨਾਂ ਨੂੰ ਡੇਂਗੀ ਹੁੰਦੀ ਹੈ, ਉਹਨਾਂ ਨੂੰ ਬਿਮਾਰੀਆਂ ਫੈਲਦੀਆਂ ਨੇ। ਲੇਕਿਨ ਉਹ ਸਾਡਾ ਫੇਲ ਹੈ। ਉਹਨਾਂ ਨੇ 5 ਸਾਲ ਬਾਅਦ ਸਾਡੇ ਵੱਲੇ ਆਉਣਾ, 5 ਸਾਲ ਤੋਂ ਬਾਅਦ ਅਸੀਂ ਕੌਣ ਤੇ ਉਹ ਕੌਣ। ਵੋਟਾਂ ਤੋਂ ਬਾਅਦ ਕਿਤੇ ਪਿੰਡ 'ਚ ਐਮਐਨਏ ਸਾਹਿਬ ਵੇਖੇ ਨੇ? ਅੱਲਾ ਖੈਰ ਕਰੇਗਾ, ਉਹਨਾਂ ਨੇ ਕੀ ਲੈਣਾ ਆਉਣਾ। ਉਹਨਾਂ ਦਾ ਨਾਮ, ਐਮਐਨਏ ਸਾਹਿਬ ਦਾ ਨਾਮ ਕੀ? ਰਾਣਾ ਇਰਾਦਤ ਸ਼ਰੀਫ। ਐਮਪੀਏ ਸਾਹਿਬ ਕੌਣ ਨੇ? ਡਾਕਟਰ ਫਰਕ ਜਵੇਦ। ਅੱਜ ਤੁਹਾਨੂੰ ਵੇਂਦੇ ਪਿਆ, ਉਹਨਾਂ ਦੇ ਨਾਮ ਕੋਈ ਪੈਗਾਮ ਦਿਓਗੇ ਆਪਸੇ ਪਿੰਡ ਦੇ ਵੱਲ? ਉਹਨਾਂ ਦੇ ਅੱਗੇ ਪੈਗਾਮ ਤਾਂ ਸਾਡਾ ਇਹ ਹੀ ਹੈ ਵੀ ਬਰਾਏ ਮਿਹਰਬਾਨੀ, ਜਿਵੇਂ ਅਸੀਂ 5 ਸਾਲ ਪਹਿਲੇ ਤੁਹਾਨੂੰ ਨਜ਼ਰ ਆਨੇ ਆ, ਐਵੇਂ ਹੀ ਉਹ ਸਾਨੂੰ ਵੇਖਦੇ ਰਹਿਣ ਤੋਂ ਉਹਨਾਂ ਦੀ ਮਿਹਰਬਾਨੀ ਹੋਵੇਗੀ। ਨਹੀਂ ਤਾਂ ਫਿਰ ਸਾਡਾ ਹਾਲ ਤਾਂ ਫਿਰ ਠੀਕ ਹੀ ਹੈ, ਅਸੀਂ ਆਪਦੇ ਹਾਲ ਤੇ ਤਾਂ ਖੁਸ਼ ਹੀ ਹਾਂ, ਜਿਵੇਂ ਵੀ ਬੈਠੇ ਹਾਂ, ਤੰਗ ਹੈ, ਔਖੇ ਹੈ, ਜਿਵੇਂ ਵੀ ਇਹ ਨਿਜ਼ਾਮ ਤਾਂ ਸਾਡਾ ਚੱਲਦਾ ਪਿਆ। ਮਰੀਮ ਨਵਾਜ਼ ਨੇ ਪੰਜਾਬ ਦੇ ਬੜੇ ਪਿੰਡ ਮਾਡਲ ਵਿਲੇਜ ਬਣਾਏ ਨੇ, ਤੁਹਾਡਾ ਪਿੰਡ ਮਾਡਲ ਵਿਲੇਜ ਕਿਉਂ ਨਹੀਂ ਆ ਰਿਹਾ? ਆਣਾ ਚਾਹੀਦਾ। ਸ਼ਾਇਦ ਹੋ ਸਕਦਾ ਹੈ ਕਿ ਮਰੀਮ ਨਵਾਜ਼ ਸਾਹਿਬ ਨੂੰ ਇਹ ਸਾਡਾ ਪਿੰਡ ਨਜ਼ਰ ਨਾ ਆਉਂਦਾ ਹੋਵੇ। ਅੱਜ ਨਜ਼ਰ ਦਿਖਾਓ, ਉਹਨਾਂ ਨੂੰ ਦੱਸੋ। ਯਾ ਉਹ ਸਾਰਾ ਉਹ ਵੇਖੀ ਜਾਂਦੇ ਨੇ। ਮਿਹਰਬਾਨੀ ਤਾਂ ਉਹਨਾਂ ਦੀ ਇਹ ਹੈ ਵੀ ਜੇ ਅਗਰ ਉਹਨਾਂ ਨੇ ਪੰਜਾਬ ਹੀ ਸੁਥਰਾ ਕਰਨਾ ਹੈ ਤੇ ਵਿੱਚ ਪੰਜਾਬ ਤੇ ਸਾਡਾ ਪਿੰਡ ਵੀ ਹੈ, ਤੇ ਸਾਡੇ ਨਾਲ ਵੀ ਕੋਈ ਤਾਮੁਨ ਕੀਤਾ ਜਾਵੇ, ਸਾਡੇ ਤੇ ਵੀ ਕੋਈ ਮਿਹਰਬਾਨੀ ਕੀਤੀ ਜਾਵੇ ਵੀ ਤਾਂ ਕਿ ਕੱਲ ਨੂੰ ਕੋਈ ਸਾਨੂੰ ਪਰੇਸ਼ਾਨੀ ਨਾ ਬਣੇ। ਬਾਰਿਸ਼ ਆ ਜਾਂਦੀ ਹੈ, ਸਾਨੂੰ ਹੁਣ ਇੱਥੇ ਬਾਰਿਸ਼ ਆ ਜਾਵੇ, ਸਾਨੂੰ 3-3 ਦਿਨ ਜਿਹੜਾ ਇੱਥੇ ਰੇਹੜੀ ਲੰਘਾਉਣ ਨੂੰ ਮੁਸੀਬਤ ਹੋ ਜਾਂਦੀ ਹੈ। ਸਾਨੂੰ ਮੁਸੀਬਤ ਸਭ ਤੋਂ ਵੱਡੀ ਇਹ ਹੁੰਦੀ ਹੈ, ਇਸ ਮੇਨ ਜਗ੍ਹਾ ਬਾਜ਼ਾਰ ਦੇ ਵਿੱਚੋਂ ਅਸੀਂ ਜਨਾਜ਼ਾ ਲੈ ਕੇ ਲੰਘਣਾ ਹੁੰਦਾ ਹੈ, ਸਾਨੂੰ ਟਰਾਲੀ ਤੇ ਜਨਾਜ਼ਾ ਲੈ ਕੇ ਜਾਣਾ ਪੈਂਦਾ ਹੈ। ਸਿਆਸਤਦਾਨ ਜਿਹੜੇ ਨੇ ਉਹ ਸਾਡੇ ਕੋਲ ਵੋਟ ਲੈ ਲੈਂਦੇ ਨੇ, ਉਸ ਤੋਂ ਬਾਅਦ ਸਾਨੂੰ ਕੌਣ ਪੁੱਛਦਾ ਹੈ? ਸਾਨੂੰ ਕੋਈ ਬਾਅਦ ਮਜਬੂਰੀ ਕੁਝ ਜਾਣਾ ਪੈ ਜਾਵੇ, ਜਦੋਂ ਵੀ ਫੋਨ ਕਰਾਂਗੇ ਪਹਿਲੀ ਗੱਲ ਤਾਂ ਨੰਬਰ ਬੰਦ ਦੇ, ਤੇ ਜੇ ਚੱਲਦਾ ਹੈ ਤਾਂ ਫਿਰ ਜੀ ਭਾਈ ਇਸਲਾਮਾਬਾਦ ਨੇ। ਆਪਦੇ ਨੰਬਰਦਾਰ ਤੋਂ ਕਿੰਨੇ ਮੁਤਫਿਕ ਹੋ? ਨੰਬਰਦਾਰ ਤਾਂ ਸਾਡੇ ਨਾਲ ਬੈਠੇ ਨੇ। ਨੰਬਰਦਾਰ ਨੇ ਜਿਹੜੇ, ਉਹਨਾਂ ਨੇ ਤਾਂ ਹੁਣ ਆਂਦੇ ਜਾਤੇ ਤੇ ਨੌਲੇਜ ਦੇ ਵਿੱਚ ਗੱਲ ਦੇਣੀ ਹੈ ਅੱਗੇ। ਹੁਣ ਨੰਬਰਦਾਰ ਨੇ ਜਿਹੜੇ ਉਹ ਸਾਡੇ ਤੋਂ ਜ਼ਿਆਦਾ ਪਰੇਸ਼ਾਨ ਨੇ, ਕਿਉਂਕਿ ਕੱਲ ਨੂੰ ਨੰਬਰਦਾਰਾਂ ਨੇ ਸਾਡੇ ਨਾਲ ਰਲ ਕੇ ਟੁਰਨਾ ਹੈ। ਨੰਬਰਦਾਰ ਤਾਂ ਸਾਡੇ ਨਾਲ ਚੱਲਦੇ ਪਏ ਨੇ, ਉਹ ਚੱਲੀ ਜਾਂਦੇ ਨੇ ਅੱਗੇ, ਉਹਨਾਂ ਦੀ ਸੁਣੀ ਕੋਈ ਨਾ ਜਾਵੇ ਤਾਂ नंबरदार की करेगा। अजी नाज़रीन, टी वॉइस ऑफ पंजाब मौजूद है आरिफ आला का करीबी इलाका साहिवाल रोड से मुंसलिक। ये है 151 EB। आज टीम वॉइस ऑफ पंजाब 151 EB का विजिट कर रही है। पूरा गांव हम आपको दिखा रहे हैं, यहाँ की पब्लिक से बात हो रही है, यहाँ पर बुनियादी सहूलियात किस लेवल की हैं वो आपको बता रहे हैं। यहाँ के जो MNS यहाँ के जो नंबरदार साहब हैं मियाँ ज़हूर साहब, उनसे रब्ता हुआ है, उनसे भी मिलेंगे, उनके क्या हालात है, वो क्या इस ऊपर मौक़िफ़ देते हैं। MNA और MPA के नाम इस आवाम का क्या पैगाम है, ये आज हम दिखा रहे हैं। ये लोग वोट देते हैं, ये लोग टैक्स देते हैं, टैक्स और वोट देने के बाद इनके बच्चों के पास क्या सहूलियात है? इनके पास रोड नहीं है, इनके पास पीने का पानी जो है वो मुकम्मल नहीं है। इस गांव के अंदर 2 बड़े जौहड़ हैं, इनके बच्चे बीमार हो रहे हैं, इनके बच्चों को हाई तलीम के लिए शहर जाना पड़ता है। हर बंदा अपने बच्चों को आला तलीम के लिए शहर नहीं भेज सकता। इस गाँव के अंदर अगर सेहत की बात की जाए तो कोई बुनियादी मरकज़ सेहत नहीं है। इनको यहाँ से 15 किलोमीटर आरिफ आला THQ जाना पड़ता है। ये लोग वोट और टैक्स देने के बाद किस हालत के अंदर हैं, वॉइस ऑफ पंजाब आज दिखा रही है। और मज़ीद हम आरिफ आला के बाकी जितने भी गांव हैं वो आपको दिखाएंगे, वहाँ के क्या हालात है वो भी बताएंगे। आएंगे, मिलते हैं इनके जो नंबरदार साहब हैं उनसे और जानते हैं कि उनका इस हवाले से क्या मौक़िफ़ है। MNA और MPA साहब जो हैं वो क्यों खामोश है। जुड़े रहिए वॉइस ऑफ पंजाब के साथ। जी वालेकुम सलाम। ये सब किया जी अल्लाह पाक दा शुक्र, ਤੁਸੀਂ अपने सुनाओ खैरियत। जी अलहमदुलिल्लाह, बहुत शुक्रिया इमरान भाई, ਤੁਸੀਂ ਆਪਣਾ ਕੀਮਤੀ ਟਾਈਮ ਦਿੱਤਾ। ਸਾਡੀ ਇੱਕ ਸੀਰੀਅਲ ਚੱਲ ਰਹੀ ਹੈ ਮੇਰਾ ਗਾँव, ਤੇ ਅੱਜ ਮੇਰਾ ਗਾँव 151 EB, ਤੁਸੀਂ ਇੱਥੋਂ ਦੇ ਨੰਬਰਦਾਰ ਹੋ, ਕਿੰਨੀ ਦੇਰ ਤੋਂ? ਮੈਂ ਜੀ ਥੋੜ੍ਹੇ ਅਰਸੇ ਤੋਂ ਹੀ ਹਾਂ। ਪਹਿਲੇ ਮਾਸ਼ਾਅੱਲਾ ਮੇਰੇ ਦਾਦਾ ਜੀ ਸਨ। ਕੀ ਨਾਮ ਸੀ? ਮੀਆਂ ਨੂਰ ਅਹਿਮਦ ਜੋਈਆ ਜੀ। ਉਸ ਤੋਂ ਬਾਅਦ ਮੇਰੇ ਵਾਲਦ ਸਾਹਿਬ ਮੀਆਂ ਜ਼ਹੂਰ ਅਹਿਮਦ ਜੋਈਆ ਨੰਬਰਦਾਰ ਸਾਹਿਬ, ਤੇ ਉਸ ਤੋਂ ਬਾਅਦ ਜੀ ਮੈਂ ਉਹਨਾਂ ਸਾਰੇ ਮਾਮਲਾਤ ਵੇਖ ਲਿਆ, ਤੇ ਇਹ ਜ਼ਿੰਮੇਵਾਰੀਆਂ ਸਾਰੀਆਂ ਮੈਂ ਨਿਭਾ ਰਿਹਾ। ਤੁਹਾਡੇ ਕੋਲ ਇਹ ਜ਼ਿੰਮੇਵਾਰੀ ਕਿੰਨੇ ਸਾਲਾਂ ਤੋਂ? ਮੇਰੇ ਕੋਲ ਜੀ ਬਸ ਕੁਛ ਹੀ ਟਾਈਮ ਹੋਇਆ, ਠੀਕ ਹੋ ਗਿਆ ਜੀ, ਕਿ ਮੈਂ ਤਕਰੀਬਨ ਜਿਹੜਾ ਇਹ ਸਾਰੇ ਮਾਮਲਾਤ ਜੋ ਵੀ ਨੇ ਨੰਬਰਦਾਰੀ ਦੇ ਜਾਂ ਜੋ ਵੀ ਸਾਡੀ ਜ਼ਿੰਮੇਵਾਰੀਆਂ ਨੇ ਗਾਉਂ ਦੇ ਲਿਹਾਜ਼ ਨਾਲ ਉਹਨਾਂ ਨੂੰ ਵੇਖ ਰਿਹਾ। ਛੋਟੀ ਉਮਰ 'ਚ ਨੰਬਰਦਾਰੀ ਦੀ ਜ਼ਿੰਮੇਵਾਰੀ ਕੈਸੀ ਲੱਗਦੀ ਹੈ? ਮੁਸ਼ਕਲ ਹੈ ਜੀ? ਇੱਕ ਅੱਛਾ ਮਹਿਸੂਸ ਹੁੰਦਾ ਹੈ ਜੀ। ਅੱਲਾਹ ਤਾਲਾ ਨੇ ਇਸ ਕਾਬਿਲ ਬਣਾਇਆ ਹੈ ਕਿ ਅਸੀਂ ਲੋਕਾਂ ਦੀ ਖਿਦਮਤ ਕਰੀਏ, ਲੋਕਾਂ ਦੀ ਮਦਦ ਕਰੀਏ, ਠੀਕ ਹੋ ਗਿਆ ਜੀ। ਦਾਦਾ ਜੀ ਨੇ ਇਸ ਪਿੰਡ ਵਾਸਤੇ ਕੀ ਕੀਤਾ? ਦਾਦਾ ਜੀ ਨੇ ਜੀ ਸ਼ੁਰੂ ਤੋਂ ਇਹ ਮਾਮਲਾ ਸਨ, ਜਦੋਂ ਕਿ ਹਿੰਦੁਸਤਾਨ
ਪਾਕਿਸਤਾਨ ਮਤਲਬ ਇਹ ਸਾਰੀ ਸ਼ਿਫਟਿੰਗ ਵਗੈਰਾ ਹੋਈ। ਉਸ ਤੋਂ ਬਾਅਦ ਇਹਨਾਂ ਨੇ ਇੱਕ ਗਾਉਂ ਦੀ ਮਤਲਬ ਕਿ ਸਕੂਲ ਵਗੈਰਾ ਵਾਸਤੇ ਔਰ ਗਾਉਂ ਦੇ ਬਾਕੀ ਮਾਮਲਾ ਸਨ, ਕੁਛ ਲੋਕਾਂ ਦੇ ਰਕਬਿਆਂ ਦੇ ਇਸ਼ੂ ਸਨ ਬਹੁਤ ਜ਼ਿਆਦਾ ਜੋ ਕਿ ਹਿੰਦੁਸਤਾਨ 'ਚ ਹੀ ਰਹਿ ਗਏ ਸਨ। ਉਹ ਇੱਥੇ ਲੋਕਾਂ ਨੂੰ ਉਹਨਾਂ ਦੇ ਹੱਕ ਦਿਲਵਾਏ, ਉਹਨਾਂ ਨੂੰ ਉਹਨਾਂ ਦੇ ਰਕਬੇ ਦਿਲਵਾਏ। ਉਸ ਤੋਂ ਬਾਅਦ ਸਕੂਲ ਸਾਡੇ ਦੇ ਪ੍ਰੋਬਲਮਸ ਸ਼ੁਰੂ ਤੋਂ ਜਦੋਂ ਅਸੀਂ ਮਤਲਬ ਇੱਥੇ ਸ਼ਿਫਟ ਹੋਏ ਸੀ, ਉਹ ਸਕੂਲ ਮਾਸ਼ਾਅੱਲਾ ਇੱਕ ਸਾਡੇ ਹੈ ਬॉयਜ਼ ਸਕੂਲ ਹੈ ਅਤੇ ਇੱਕ ਸਕੂਲ ਹੈ ਜੀ ਸਾਡੇ ਗਰਲਸ ਸਕੂਲ, ਠੀਕ ਹੋ ਗਿਆ ਜੀ। ਉਹ ਉਹਨਾਂ ਨੇ ਕਰਵਾਇਆ, ਅਤੇ ਬਾਕੀ ਜਿੰਨੀ ਦੇਰ ਉਹ ਹਯਾਤ ਰਹੇ ਨੇ ਆਦੀ ਜ਼ਿੰਮੇਦਾਰੀਆਂ ਉਹਨਾਂ ਨੇ ਬਾਖੂਬੀ ਨਿਭਾਈਆਂ ਨੇ। ਦਾਦਾ ਜੀ ਤੋਂ ਬਾਅਦ ਜ਼ਿੰਮੇਵਾਰੀ ਆ ਗਈ ਵਾਲਦ ਸਾਹਿਬ ਤੇ। ਵਾਲਦ ਸਾਹਿਬ ਨੇ ਆਪਦੇ ਦੌਰੇ ਨੰਬਰਦਾਰੀ ਦੇ ਅੰਦਰ ਇਸ ਪਿੰਡ ਵਾਸਤੇ ਕੀ ਕੀਤਾ? ਵਾਲਦ ਸਾਹਿਬ ਨੇ ਜੀ ਇੱਕ ਤਾਂ ਇਹ ਕਿ ਉਸ ਟਾਈਮ ਬਿਜਲੀ ਦਾ ਨਿਜ਼ਾਮ ਆਇਆ ਸੀ, ਠੀਕ ਹੋ ਗਿਆ ਜੀ। ਉਸ ਤੋਂ ਬਾਅਦ ਜਨਾਬ ਸੀਵਰੇਜ ਸਿਸਟਮ ਉਹਨਾਂ ਨੇ ਕਰਵਾਇਆ ਸੀ ਜੋ ਕਿ ਹੁਣ ਸਾਡਾ ਦੁਬਾਰਾ ਫਿਰ ਬਣਿਆ, ਠੀਕ ਹੈ। ਉਸ ਤੋਂ ਬਾਅਦ ਸਕੂਲਾਂ ਨੂੰ ਮਿਡਲ ਹੋਏ ਨੇ ਸਾਡੇ ਸਕੂਲ, ਠੀਕ ਹੋ ਗਿਆ। ਅਤੇ ਬਾਕੀ ਜੋ ਵੀ ਇਸ ਪਿੰਡ ਦੇ ਆਵਾਮ ਦੇ ਮਸਲੇ ਮਸਾਇਲ ਹੁੰਦੇ ਸੀ ਉਹਨਾਂ ਦੇ ਨਾਲ ਸ਼ਾਨਾ ਬਸ਼ਾਨਾ ਚੱਲੇ ਨੇ ਜੀ। ਮੀਆਂ ਸਾਹਿਬ, ਅਸੀਂ ਇਹ ਜਿਹੜੀ ਸੀਰੀਅਲ ਸ਼ੁਰੂ ਕੀਤੀ ਇਹਦੇ 'ਚ ਅਸੀਂ ਪਿੰਡਾਂ ਦੇ ਇਨਫਰਾਸਟ੍ਰਕਚਰ 'ਤੇ ਗੱਲ ਕਰਨੇ ਆ, ਬੁਨਿਆਦੀ ਸਹੂਲੀਅਤ ਉੱਤੇ ਗੱਲ ਕਰਨੇ ਆ। ਮੈਂ ਸ਼ੁਰੂ ਕਰਾਂਗਾ ਤੁਹਾਡੇ ਪਿੰਡ ਦੇ ਉੱਤੇ ਕਿ ਤਲੀਮ ਇੱਥੇ ਤੁਸੀਂ ਦੱਸਿਆ ਕਿ ਤੁਹਾਡੇ ਦਾਦਾ ਜੀ ਤੁਹਾਡੇ ਵਾਲਦ ਸਾਹਿਬ ਦੌਰ 'ਚ ਸਕੂਲ ਪ੍ਰਾਇਮਰੀ ਹੋਏ, ਹੁਣ ਮਿਡਲ ਹੋਏ ਨੇ। ਜੀ ਜੀ। ਮਿਡਲ ਸਕੂਲ ਤੋਂ ਬਾਅਦ ਤੁਹਾਡੇ ਸਕੂਲਾਂ ਦੀਆਂ ਹਾਲਤ ਕੀ ਹੈ ਅੰਦਰ, ਜਿਹੜੇ ਉਹ ਅਗਰ ਗੱਲ ਕੀਤੀ ਜਾਵੇ ਸਟਾਫ ਦੀ, ਅੰਦਰ ਬਿਲਡਿੰਗ ਦੀ, ਬੱਚਿਆਂ ਵਾਸਤੇ ਸਹੂਲੀਅਤ ਠੀਕ ਨੇ? ਸਰ ਤਲੀਮ ਤਾਂ ਜਾਰੀ ਹੈ, ਬਲ ਸਹੂਲੀਅਤ ਜੋ ਉਹ ਸਾਨੂੰ ਰਿਕੁਆਇਰਮੈਂਟ ਹੈਗੀਆਂ ਨੇ, ਠੀਕ ਹੋ ਗਿਆ। ਜੋ ਬॉयਜ਼ ਸਕੂਲ ਹੈ ਉੱਥੇ ਵੀ ਜਿਹੜਾ ਇੱਕ ਜਿਹਨੂੰ ਆਪਾਂ ਪੀਐਨ ਕਹਿੰਦੇ ਆ ਉਹਦੀ ਜ਼ਰੂਰਤ ਹੈ, ਠੀਕ ਹੋ ਗਿਆ, ਤਾਂ ਕਿ ਬੱਚੇ ਦਾ ਕੀਮਤੀ ਟਾਈਮ ਗੇਟ 'ਤੇ ਨਾ ਗੁਜ਼ਾਰਨ, ਆਦੀ ਕਲਾਸ 'ਚ ਗੁਜ਼ਾਰਨ, ਠੀਕ ਹੈ। ਦੂਸਰਾ ਗਰਲਸ ਸਕੂਲ ਦੇ ਲਿਹਾਜ਼ ਨਾਲ ਥੋੜ੍ਹੇ ਜਿਹੇ ਮਾਮਲਾਤ ਹੈਗੇ ਨੇ ਜੀ, ਉਹ ਸਾਨੂੰ ਅਸ਼ਦ ਜ਼ਰੂਰਤ ਹੈ। ਇੱਕ ਤਾਂ ਕਮਰਿਆਂ ਦੀ ਸਾਨੂੰ ਜ਼ਰੂਰਤ ਹੈ, ਉੱਥੇ ਸਾਡੇ ਤਾਦਾਦ ਜ਼ਿਆਦਾ ਲੇਕਿਨ ਕਮਰੇ ਨਹੀਂ ਹੈਗੇ। ਇਮਰਾਨ ਭਾਈ, ਬੱਚੀਆਂ ਮਿਡਲ ਤੋਂ ਬਾਅਦ ਹਾਈ ਵਾਸਤੇ ਕਿੱਥੇ ਜਾਂਦੀਆਂ ਵਾ? ਆਰਫ ਵਾਲਾ 15 ਕਿਲੋਮੀਟਰ ਜੀ, ਉਹੀ ਮੈਂ ਉਸ ਤਰਫ ਹੀ ਆ ਰਿਹਾ ਜੀ। ਸਭ ਨਾਲੋਂ ਇਹ ਪਹਿਲੀ ਗੱਲ ਹੈ ਕਿ ਸਾਡਾ ਜਿਹੜਾ ਸਕੂਲ ਹੈ ਉਹ ਮਿਡਲ ਹੈ, ਠੀਕ ਹੋ ਗਿਆ ਜੀ। ਉਹਨੂੰ ਹਾਈ ਕੀਤਾ ਜਾਵੇ ਤਾਂ ਕਿ ਸਾਡੇ ਜਿਹੜੇ ਬੱਚੀਆਂ ਨੇ ਨਾਲ ਦੇ ਗਾਉਂ 'ਚ ਜਾਂ ਉਸ ਤੋਂ ਅੱਗੇ ਆਰਫ ਵਾਲਾ ਸਾਨੂੰ ਇੱਥੋਂ 15 ਕਿਲੋਮੀਟਰ ਪੈਂਦਾ, ਠੀਕ ਹੋ ਗਿਆ। ਦੇਖੋ ਜੀ, ਹਰ ਕੋਈ ਬੰਦਾ ਤਾਂ ਅਫੋਰਡ ਨਹੀਂ ਕਰ ਸਕਦਾ ਨਾ ਇਹ ਮਾਮਲਾਤ, ਅਤੇ ਇੱਥੇ ਜ਼ਿਆਦਾ ਅਕਸਰੀਅਤ ਮਤਲਬ ਕਿ ਦਰਮਿਆਨੇ ਤਬਕੇ ਦੀ ਹੈ, ਮਿਡਲ ਕਲਾਸ ਲੋਕ ਨੇ ਜਾਂ ਗਰੀਬ ਲੋਕ ਨੇ ਜਿਹੜੇ ਕਿ ਆਦੇ ਬਾ ਮੁਸ਼ਕਿਲ ਗੁਜ਼ਾਰਾ ਕਰਦੇ ਨੇ, ਤਾਂ ਉਹਨਾਂ ਵਾਸਤੇ ਬੜਾ ਵੱਡਾ ਪ੍ਰੋਬਲਮ ਹੈ। ਸਭ ਨਾਲੋਂ ਪਹਿਲੇ ਤਾਂ ਸਾਡੇ ਜਿਹੜਾ ਇਹ ਸਕੂਲ ਹੈ ਬੱਚੀਆਂ ਵਾਲਾ, ਇਹਨੂੰ ਹਾਈ ਕੀਤਾ ਜਾਵੇ ਜੀ। ਅਤੇ ਦੂਸਰੇ ਨੰਬਰ 2 'ਤੇ ਕਿ ਸਾਡੀ ਤਾਦਾਦ ਜ਼ਿਆਦਾ ਹੈ ਮਾਸ਼ਾਅੱਲਾ ਨਾ, ਤਹਿਸੀਲ ਲੈਵਲ 'ਤੇ ਜਿਹੜੇ ਇਹ ਗਰਲਸ ਸਕੂਲ ਹੈ ਨਾ ਜੀ, ਇਹਦੇ 'ਚ ਤਾਦਾਦ ਤਹਿਸੀਲ ਲੈਵਲ 'ਤੇ ਅਗਰ ਪ੍ਰਾਇਮਰੀ ਜਾਂ ਮਿਡਲ ਲੈਵਲ 'ਤੇ ਗੱਲ ਕੀਤੀ ਜਾਵੇ ਨਾ ਜਨਾਬ, ਅਤੇ ਸਾਡੀ ਇਹ ਤਾਦਾਦ ਕਾਫੀ ਜ਼ਿਆਦਾ ਹੈ। ਉਹਦੇ ਵਾਸਤੇ ਕਮਰਿਆਂ ਦੀ ਅਸ਼ਦ ਜ਼ਰੂਰਤ ਹੈ, ਬਿਲਡਿੰਗ ਦੀ। ਦੂਸਰਾ ਨੰਬਰ 2 'ਤੇ ਫਰਨੀਚਰ ਨਹੀਂ ਹੈ ਜੀ, ਉਸ ਦੀ ਜ਼ਰੂਰਤ ਹੈ ਸਾਨੂੰ। ਨੰਬਰ 3 'ਤੇ ਬਾਉਂਡਰੀ ਵਾਲ ਦਾ ਵੀ ਇਸ਼ੂ ਹੈ, ਠੀਕ ਹੈ। ਔਰ ਬੱਚਿਆਂ ਵਾਸਤੇ ਸਾਫ਼ ਪਾਣੀ ਦਾ ਵੀ ਇੰਤਜ਼ਾਮ ਦੀ ਜ਼ਰੂਰਤ ਹੈ। ਤਾਲੀਮ ਤੋਂ ਬਾਅਦ ਦੂਸਰਾ ਨੰਬਰ ਸਿਹਤ ਦਾ ਆਉਂਦਾ ਹੈ ਜੀ। ਸਿਹਤ ਇਸ ਪਿੰਡ ਦੇ ਵਿੱਚ ਜਿਹੜੇ ਗਰੀਬ ਲੋਕ ਨੇ, ਆਰਫ ਵਾਲਾ 15 ਕਿਲੋਮੀਟਰ ਹੈ। ਮੈਂ ਪੂਰਾ ਪਿੰਡ ਵਿਜ਼ਿਟ ਕੀਤਾ, ਮੈਨੂੰ ਬੁਨਿਆਦੀ ਮਰਕਜ਼ ਸਿਹਤ BHU ਨਜ਼ਰ ਨਹੀਂ ਆਇਆ। ਕਿੱਥੇ ਜਾਂਦੇ ਹੋ ਜੀ? ਅਗਰ ਕੋਈ ਇਸ਼ੂ ਐਸਾ ਬਣ ਜਾਵੇ ਤੇ ਨਾਲ ਸਾਡੇ ਗਾਉਂ 149 ਵੀ ਉੱਥੇ ਜਾਣਾ ਪੈਂਦਾ, ਠੀਕ ਹੋ ਗਿਆ। ਅਤੇ ਕੁਛ ਮਾਮਲਾਤ ਐਸੇ ਹੁੰਦੇ ਨੇ ਕਿ ਜਿਹੜੇ ਉੱਥੇ ਨਹੀਂ ਕਲੀਅਰ ਹੁੰਦੇ, ਬੜੇ ਸ਼ਾਜ਼ੋ ਨਾਦਰ ਹੀ ਉੱਥੇ ਜਾਈਦਾ, ਠੀਕ ਹੈ। ਅਸਲ ਮੇਨ ਸਾਨੂੰ ਜਾਣਾ ਪੈਂਦਾ ਆਰਫ ਵਾਲਾ THQ, ਜੋ ਕਿ ਇੱਥੋਂ। ਤੁਹਾਡੇ ਉੱਥੇ ਲੋਕਾਂ ਨਾਲ ਕੀ ਤਾਵਨ ਹੁੰਦਾ? ਸਾਡਾ ਉੱਥੋਂ ਦੇ ਜਿਹੜੀ ਅਮਲਾ ਉਹਨਾਂ ਲੋਕਾਂ ਨਾਲ ਤਾਵਨ ਕੈਸੇ ਜੀ? ਉਹ ਤਾਵਨ ਇਸ ਤਰੀਕੇ ਹੁੰਦਾ ਕਿ ਪਹਿਲੀ ਗੱਲ ਵੇਖੋ ਨਾ ਜੀ, ਇੱਕ ਐਮਰਜੈਂਸੀ ਐਸੀ ਸੂਰਤ ਹਾਲ ਬਣ ਗਈ ਹੈ ਕਿ ਉੱਥੇ ਜਾਂਦੇ ਹੀ ਬੰਦਾ ਇਸ ਕੰਡੀਸ਼ਨ 'ਚ ਹੀ ਨਹੀਂ ਹੈ ਕਿ ਉੱਥੇ ਪਹੁੰਚ ਸਕੇ, ਠੀਕ ਹੋ ਗਿਆ ਜੀ। ਜੇ ਅਗਰ ਉੱਥੇ ਪਹੁੰਚ ਵੀ ਜਾਂਦਾ ਹੈ ਤਾਂ ਜ਼ਿਆਦਾ ਮਾਮਲਾ ਤਾਂ ਇਹ ਹੁੰਦੇ ਨੇ ਕਿ ਉਹਨਾਂ ਨੂੰ ਰੈਫਰ ਕਰ ਦਿੱਤਾ ਜਾਂਦਾ ਹੈ ਦੁਬਾਰਾ 15 ਕਿਲੋਮੀਟਰ ਵਾਪਸ ਤੋਂ ਸਾਹੀਵਾਲ ਜੀ, ਵਾਪਸ ਸਾਹੀਵਾਲ ਭੇਜਿਆ ਜਾਂਦਾ ਹੈ। ਅਤੇ ਦੂਸਰੀ ਇਹ ਕਿ ਅਸੀਂ ਤਾਂ ਇਹ ਮਤਲਬ ਕਿ ਕਹਿੰਦੇ ਹਾਂ ਜੀ, ਗੌਰਮੈਂਟ ਆਫ ਪੰਜਾਬ ਨੂੰ ਕਹਿੰਦੇ ਹਾਂ ਕਿ ਸਾਡੇ ਜਿਹੜਾ ਇੱਥੇ ਗਾਉਂ ਦੇ ਵਿੱਚ ਇੱਕ ਹਸਪੀਟਲ ਦਿੱਤਾ ਜਾਵੇ, ਠੀਕ ਹੋ ਗਿਆ ਜੀ, ਤਾਂ ਕਿ ਇਹ ਜਿਹੜੇ ਇੱਥੋਂ ਦੇ ਲੋਕ ਨੇ ਉਹਦੇ ਤੋਂ ਫਾਇਦਾ ਹਾਸਲ ਕਰ ਸਕਣ। ਗਰੀਬ ਆਵਾਮ ਹੈ, ਇਹਨਾਂ ਵਾਸਤੇ ਅਫੋਰਡ ਕਰਨਾ ਜਾਂ ਉੱਥੇ ਪਹੁੰਚਣਾ ਇਹ ਬੜਾ ਮੁਸ਼ਕਲ ਹੈ। ਇਹ ਸਭ ਮਾਜ਼ਰਤ ਦੇ ਨਾਲ ਬੜੇ ਪਿੰਡ ਵਿਜ਼ਿਟ ਕੀਤੇ ਨੇ। ਮੈਂ ਆਹ ਪਿੰਡ ਵੇਖਿਆ ਜਿਹੜਾ ਆਰਫ ਵਾਲਾ ਤੋਂ ਬਹੁਤਾ ਦੂਰ ਨਹੀਂ ਗਾ, ਲੇਕਿਨ ਸੀਵਰੇਜ ਦਾ ਨਿਜ਼ਾਮ ਮੈਨੂੰ ਨਜ਼ਰ ਖਾਸ ਨਹੀਂ ਆਇਆ। ਰੋਡਾਂ ਦੀ ਸੂਰਤ ਹਾਲ ਇੰਤਹਾਈ ਖਤਰਨਾਕ ਆ, ਹਰ ਪਿੰਡ ਗਲੀ ਦੇ ਵਿੱਚ ਰਹਿਣਾ ਜੋਹੜ ਨਜ਼ਰ ਆ ਰਿਹਾ ਪਾਣੀ। ਬਾਰਿਸ਼ ਤੋਂ ਬਾਅਦ ਪਿੰਡ ਕਿਹੜੇ ਪਾਸੇ ਜਾਂਦਾ? ਬਾਰਿਸ਼ ਤੋਂ ਬਾਅਦ ਜੀ ਪਾਣੀ ਦੇ ਮਾਮਲਾਤ ਐਵੇਂ ਨੇ ਕਿ ਸਾਡੇ ਨਾ ਜੀ ਸੀਵਰੇਜ ਅੱਜ ਤੋਂ ਕੋਈ 30-35 ਸਾਲ ਪਹਿਲੇ ਪਈ ਸੀ, ਜੋ ਕਿ ਤੁਹਾਨੂੰ ਪਤਾ ਵਕਤ ਦੇ ਨਾਲ ਫਿਰ ਉਹ ਖਤਮ ਹੋ ਗਈ ਜਾਂ ਕਿ ਉਹ ਬੰਦ ਹੋ ਗਈ, ਠੀਕ ਹੋ ਗਿਆ। ਹੁਣ ਸਾਨੂੰ ਜੀ ਸੀਵਰੇਜ ਕੋਈ 2-3 ਸਾਲ ਤੋਂ ਮਿਲੀ ਹੈ, ਸੀਵਰੇਜ ਹੈ।
ਲੇਕਿਨ ਉਹਦਾ ਐਵੇਂ ਕਿ ਚੰਦ ਇੱਕ ਗਲੀਆਂ ਰਹਿੰਦੀਆਂ ਨੇ, ਠੀਕ ਹੈ। ਉਹ ਚੰਦ ਇੱਕ ਗਲੀਆਂ ਜਿਹੜੀਆਂ ਸੀਵਰੇਜ ਦੀਆਂ ਰਹਿੰਦੀਆਂ ਨੇ ਉਹਨਾਂ 'ਚ ਮਾਮਲਾਤ ਬਾਰਿਸ਼ਾਂ ਦੇ ਦੌਰਾਨ ਬੜੇ ਖਰਾਬ ਹੋ ਜਾਂਦੇ ਨੇ। ਤੇ ਸਭ ਕੋਈ ਵਿਆਹ ਸ਼ਾਦੀ ਕੋਈ ਕਿਸੇ ਦਾ ਜਨਾਜ਼ਾ ਨਹੀਂ ਉਹ ਬੜਾ ਮੁਸ਼ਕਲ ਹੋ ਜਾਂਦਾ ਜੀ, ਬਾਰਿਸ਼ ਦੇ ਦਿਨਾਂ 'ਚ ਉਹ ਬਹੁਤ ਮੁਸ਼ਕਲ ਹੋ ਜਾਂਦਾ ਹੈ। ਠੀਕ ਹੋ ਗਿਆ ਜੀ। ਸਾਡੀਆਂ ਗਲੀਆਂ 'ਚ ਸੋਲੰਗ ਦੀ ਜ਼ਰੂਰਤ ਹੈ, ਮਤਲਬ ਅਸ਼ਦ ਜ਼ਰੂਰਤ। ਹਾਂ ਜੀ, ਅਸ਼ਦ ਜ਼ਰੂਰਤ ਹੈ ਸੋਲੰਗ ਦੀ। ਠੀਕ ਹੋ ਗਿਆ। ਉਸ ਤੋਂ ਬਾਅਦ ਇਹ ਕਿ ਜਿਹੜੀਆਂ ਗਲੀਆਂ ਦੇ ਵਿੱਚ ਸੀਵਰੇਜ ਨਹੀਂ ਪਹੁੰਚਿਆ, ਠੀਕ ਹੋ ਗਿਆ, ਉੱਥੇ ਸੀਵਰੇਜ ਦੀ ਬਹੁਤ ਹੀ ਜ਼ਿਆਦਾ ਅਸ਼ਦ ਜ਼ਰੂਰਤ ਹੈ। ਸਰ ਤੁਹਾਡਾ ਦੌਰੇ ਹਕੂਮਤ ਚੱਲ ਰਿਹਾ, ਮਤਲਬ ਨੰਬਰਦਾਰੀ ਸਿਸਟਮ ਆ ਜੀ। ਕਿਹਨੂੰ ਕਹੋਗੇ, ਕਿਹਦੇ ਕਹਿਣ ਦਾ ਕੰਮ ਆ? ਤੇ ਅਗਰ MNA ਤੇ MPA ਸਾਹਿਬ ਦੀ ਗੱਲ ਕੀਤੀ ਜਾਵੇ ਤੇ ਵੋਟਾਂ ਤੋਂ ਬਾਅਦ ਕਿੰਨੀ ਵਾਰੀ ਆਏ ਨੇ? MNA MPA ਸਾਹਿਬ ਜੀ ਵੋਟਾਂ ਤੋਂ ਬਾਅਦ ਆਉਂਦੇ ਵੀ ਰਹੇ ਨੇ, ਚੱਕਰ ਵੀ ਲੱਗਿਆ, ਬਾਕੀ ਉਹਨਾਂ ਦੇ ਨੋਟਿਸ 'ਚ ਵੀ ਸਾਰੀ ਗੱਲ ਹੈ। ਸਾਡੇ MNA ਸਾਹਿਬ ਦਾ ਵੀ ਬੜਾ ਤਾਵਨ ਹੈ ਜੀ, ਮਾਸ਼ਾਅੱਲਾ। ਰਾਣਾ ਅਰਾਦਾ ਸ਼ਰੀਫ ਖਾਨ ਸਾਡੇ MNA ਨੇ ਜੀ, ਠੀਕ ਹੈ, ਔਰ ਉਹ ਹਲਕੇ ਤੇ ਬੜੀ ਤਵੱਜੋ ਦਿੰਦੇ ਨੇ। ਉਹਨਾਂ ਦੇ ਤਾਵਨ ਨੇ, ਤੁਸੀਂ ਹੁਣ ਸਾਨੂੰ ਇਸ ਟਾਈਮ ਉਹਨਾਂ ਨੇ ਤਕਰੀਬਨ 55 ਖੰਬੇ 5 ਦੇ ਕਰੀਬ ਟਰਾਂਸਫਾਰਮਰ ਉਹਨਾਂ ਨੇ ਸਾਨੂੰ ਦਿੱਤੇ ਨੇ। ਸਾਡੀਆਂ ਅਜ਼ਾਫੀ ਆਬਾਦੀਆਂ ਜਿਹੜੀਆਂ ਸਨ, ਜਿਹੜੇ ਕਿ ਕਾਫੀ ਸਾਲਾਂ ਤੋਂ ਬਿਜਲੀ ਤੋਂ ਮਹਿਰੂਮ ਸਨ ਤੇ ਉਹਨਾਂ ਦੇ ਕੋਲੇ ਕੋਈ ਵਸਾਇਲ ਹੀ ਐਡੀ ਮੁਸ਼ਕਲ ਨਾਲ ਸਨ ਕਿ ਇੰਨੀ ਦੂਰੋਂ ਤਾਰਾਂ ਪਾ ਕੇ ਉਹਨਾਂ ਨੇ ਬਿਜਲੀ ਲਿਆਂਦੀ ਹੋਈ ਸੀ। ਇਹ ਖੁਸ਼ਾਇਨ ਗੱਲ। ਹਾਂਜੀ, ਇਹ ਬੜੀ ਖੁਸ਼ਾਇਨ ਗੱਲ ਹੈ ਔਰ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਨੇ ਆ ਜੀ, ਠੀਕ ਹੈ। ਫਿਰ ਜੀ ਸਾਨੂੰ ਪਿਛਲੇ ਦਿਨ ਉਹਨਾਂ ਨੇ ਸੜਕ ਦੇ ਦਿੱਤੀ ਸੀ, ਠੀਕ ਹੋ ਗਿਆ ਜੀ। ਹੁਣ ਫਿਰ ਉਹਨਾਂ ਨੇ ਸਾਨੂੰ ਜਿਹੜਾ MNA ਸਾਹਿਬ ਨੇ MPA ਸਾਹਿਬ ਨੇ ਉਹਨਾਂ ਨੇ ਇੱਕ ਸੜਕ ਦਿੱਤੀ ਸਾਡੀ ਜਨਾਜ਼ਗਾਹ ਤੱਕ, ਔਰ ਇਹਦੇ 'ਚ ਜ਼ਿਲ੍ਹਾ ਇੰਤਜ਼ਾਮੀਆ ਨੂੰ ਵੀ ਅਸੀਂ ਐਪਰੀਸ਼ੀਏਟ ਕਰਨੇ ਆ। ਡਿਪਟੀ ਕਮਿਸ਼ਨਰ ਸਾਹਿਬ ਹੋ ਗਏ ਜੀ, ਅਸਿਸਟੈਂਟ ਕਮਿਸ਼ਨਰ ਸਾਹਿਬ ਹੋ ਗਏ ਜੀ, ਉਹਨਾਂ ਦਾ ਵੀ ਬਹੁਤ ਹੀ ਅੱਛਾ ਸਾਡੇ ਨਾਲ ਤਾਵਨ ਰਿਹਾ। ਤੇ ਇਹ ਸਾਰਿਆਂ ਦੀ ਜੀ ਰਲ ਮਿਲ ਕੇ ਜਿਹੜਾ ਨਾ ਇਹ ਸਭ ਜਦੋਂ ਇਹ ਕੰਮ ਕੰਪਲੀਟ ਹੋ ਗਿਆ ਸਾਨੂੰ ਵਿਜ਼ਿਟ ਕਰਵਾਓ। ਜੀ ਇਨਸ਼ਾਅੱਲਾ ਜੀ, ਬਲਕਿ ਜਿਸ ਟਾਈਮ ਇਹ ਵਰਕ ਚੱਲ ਰਿਹਾ ਹੈ ਤੁਹਾਨੂੰ ਇਨਵਾਈਟ ਕਰਾਂਗੇ, ਤੁਹਾਨੂੰ ਵਿਜ਼ਿਟ ਵੀ ਕਰਵਾਵਾਂਗੇ ਕੰਮ ਕੰਪਲੀਟ ਹੋਣ ਤੋਂ ਬਾਅਦ ਜ਼ਰੂਰ। ਇਹ ਸਭ ਨੂਨ ਲੀਗ ਦੇ ਦੌਰੇ ਹਕੂਮਤ 'ਚ, ਮੁਸ਼ਰਫ ਸਾਹਿਬ ਦੇ ਦੌਰੇ ਹਕੂਮਤ 'ਚ ਬੜੇ ਪਿੰਡਾਂ ਦੇ ਵਿੱਚ ਵਾਟਰ ਫਿਲਟਰੇਸ਼ਨ ਪਲਾਂਟ ਦੀ ਸਹੂਲਤ ਦਿੱਤੀ ਗਈ। ਜ਼ਮੀਨੀ ਪਾਣੀ ਖਰਾਬ ਆ, ਲੋਕ ਪਾਣੀ ਕਿੱਥੋਂ ਪੀਂਦੇ ਨੇ? ਹਾਂਜੀ, ਪਾਣੀ ਦਾ ਇਸ਼ੂ ਹੈ, ਸਾਡੇ ਪਾਣੀ ਦੇ ਮਾਮਲਾਤ ਦਾ ਇਸ਼ੂ ਹੈ। ਇਸ ਦੀ ਵਜ੍ਹਾ ਤੋਂ ਇਹ ਕਿ ਵੇਖੋ ਜੀ ਨਕਸ ਪਾਣੀ ਹੈ। ਲੋਕ ਇੱਕ ਵੇਖੋ ਜੋ ਅਫੋਰਡ ਕਰਦੇ ਨੇ ਉਹ ਤਾਂ 300 350 ਫੁੱਟ ਤੱਕ ਬੋਰ ਲੈ ਜਾਂਦੇ ਨੇ ਜੀ, ਫਿਲਟਰ ਲਵਾ ਲੈਂਦੇ ਨੇ। ਤੇ ਸਾਡੀ 100 'ਚ 90% ਪਿੰਡ ਦੀ ਆਬਾਦੀ ਅਸੀਂ ਜਿਹੜੀ ਅਫੋਰਡ ਹੀ ਨਹੀਂ ਕਰ ਸਕਦੀ, ਜਿਨ੍ਹਾਂ ਦੇ ਘਰਾਂ 'ਚ ਨਲਕੇ ਲੱਗੇ ਹੋਏ ਨੇ, ਹੈਂਡ ਪੰਪ ਜਿਹਨੂੰ ਆਪਾਂ ਕਹਿੰਦੇ, ਜਾਂ ਦੂਸਰੇ ਪੰਪ ਲੱਗੇ ਨੇ ਜਿਹੜੇ ਕਿ 70-80 ਫੁੱਟ 'ਤੇ ਨੇ। ਇਸ ਦੀ ਵਜ੍ਹਾ ਤੋਂ ਬੜੇ ਪ੍ਰੋਬਲਮਸ ਆਉਂਦੇ ਨੇ, ਲੋਕਾਂ ਦੀ ਸਿਹਤ ਖਰਾਬ ਹੁੰਦੀ। ਸਾਡੇ ਇੱਥੇ ਇੱਕ ਫਿਲਟਰੇਸ਼ਨ ਪਲਾਂਟ ਹੈ, ਉਹ ਬਤੌਰ ਅਤੀਆ ਹੈ, ਲੇਕਿਨ ਸਾਨੂੰ ਗੌਰਮੈਂਟ ਦੀ ਤਰਫੋਂ ਵੀ ਸਾਨੂੰ ਫਿਲਟਰੇਸ਼ਨ ਪਲਾਂਟ ਦੀ ਜ਼ਰੂਰਤ ਹੈ, ਕਿਉਂਕਿ ਸਾਨੂੰ ਇੱਕ ਅੱਛਾ ਜਿਹਾ ਮਤਲਬ ਕਿ ਇੱਕ ਸੈਟਅਪ ਦਿੱਤਾ ਜਾਵੇ ਜਿੱਥੋਂ ਆਵਾਮ ਇਸ ਮਤਲਬ ਸਾਫ਼ ਪਾਣੀ ਇਸਤੇਮਾਲ ਕਰ ਸਕੇ, ਉਹਨੂੰ ਪੀ ਸਕੇ ਤੇ ਆਦੀ ਸਿਹਤ ਦਾ ਮਤਲਬ ਕਿ ਉਹਨਾਂ ਦੀ ਬਚ ਸਕੇ। ਹੈ ਜੀ, ਬਿਮਾਰੀਆਂ ਤੋਂ ਇਨਸਾਨ ਬਚ ਜਾਂਦਾ ਜੀ, ਬੜੀਆਂ ਤੋਂ। ਇਹ ਸਭ ਤੁਸੀਂ ਬਿਮਾਰੀਆਂ ਦੀ ਗੱਲ ਕੀਤੀ ਤੇ ਤੁਹਾਡੇ ਲੜਕੀਆਂ ਦੇ ਸਕੂਲ ਦੇ ਬਿਲਕੁਲ ਸਾਹਮਣੇ ਇੱਕ ਜੌਹੜ ਨਜ਼ਰ ਆਇਆ ਜਿਹੜਾ ਚੰਦ ਫੁੱਟ ਦੀ ਮੁਸਾਫਤ ਤੇ ਆ। ਕੋਈ ਬੜਾ ਸਾਨਹਾ ਹੋ ਗਿਆ ਤਾਂ ਜ਼ਿੰਮੇਦਾਰ ਕੌਣ ਹੋਏਗਾ? ਨਾ ਉਹਦੀ ਕੋਈ ਬਾਉਂਡਰੀ ਆ, ਨਾ ਉਹਨੂੰ ਕੋਈ ਕਵਰ ਕੀਤਾ ਗਿਆ ਹੈ। ਹਾਦਸਾ ਤੋਂ ਡਰ ਨਹੀਂ ਲੱਗਦਾ ਜੀ? ਅਸੀਂ ਇਹ ਵੀ ਆਪਣੀ ਗੌਰਮੈਂਟ ਆਫ ਪੰਜਾਬ ਨੂੰ ਜਾਂ ਆਪਣੀ ਮੁਤਲਕਾ ਜੋ ਜ਼ਿਲ੍ਹੇ ਇੰਤਜ਼ਾਮੀਆ ਹੈ ਜਾਂ ਜੋ ਸਾਡੇ MNA ਸਾਹਿਬ ਨੇ ਜਾਂ MP ਸਾਹਿਬ ਨੇ, ਅਸੀਂ ਉਹਨਾਂ ਨੂੰ ਇਸ 'ਤੇ ਵੀ ਜਿਹੜਾ ਰਿਕੁਐਸਟ ਕਰਨੇ ਆ ਕਿ ਉਹ ਇਸ ਮਤਲਬ ਕਿ ਸਾਡੇ ਜਿਹੜਾ ਬਿਲਕੁਲ ਬੱਚੀਆਂ ਵਾਲੇ ਸਕੂਲ ਦੇ ਸਾਹਮਣੇ ਜੋ ਇੱਕ ਛੱਪੜ ਬਣਿਆ ਹੈ, ਜੌਹੜ ਬਣਿਆ ਹੈ, ਠੀਕ ਹੋ ਗਿਆ, ਉਹਦੇ 'ਚ ਉਹਨੂੰ ਕੋਈ ਜਾਂ ਤਾਂ ਉਹਦੀ ਚਾਰ ਦੀਵਾਰੀ ਕੀਤੀ ਜਾਵੇ ਜਾਂ ਉਹਦਾ ਕੋਈ ਮਾਕੂਲ ਬੰਦੋਬਸਤ ਕੀਤਾ ਜਾਵੇ ਤਾਂ ਕਿ ਬਿਮਾਰੀਆਂ ਤੋਂ ਜਾਂ ਕਿਸੇ ਵੀ ਸਾਨਿਆਂ ਤੋਂ ਬਚਿਆ ਜਾ ਸਕੇ। ਇਹ ਸਭ ਦੋ ਜੌਹੜ ਇਸ ਪਿੰਡ ਦੇ ਵਿੱਚ ਨੇ, ਪਿੰਡ ਬਿਲਕੁਲ ਦਰਮਿਆਨ 'ਚ ਆ। ਡੈਂਗੀ ਦੀ ਪਰਵਰਿਸ਼ ਨਹੀਂ ਹੋ ਰਹੀ, ਬੱਚੇ ਬਿਮਾਰ ਨਹੀਂ ਹੁੰਦੇ। ਦੇਖੋ ਜੀ, ਮਾਮਲਾਤ ਤਾਂ ਜ਼ਾਹਿਰੀ ਗੱਲ ਹੈ, ਇੱਕ ਚੀਜ਼ ਕੋਈ ਐਸੀ ਹੈ ਜਿਸ ਦੀ ਵਜ੍ਹਾ ਤੋਂ ਬਿਮਾਰੀਆਂ ਪੈਦਾ ਹੁੰਦੀਆਂ ਨੇ, ਤਾਂ ਉਹ ਤਾਂ ਫਿਰ ਹੈ ਜੀ, ਬਿਲਕੁਲ ਹੈ। ਇਹ ਸਭ ਪਿੰਡਾਂ ਦੇ ਵਿੱਚ ਕਬਜ਼ਾ ਮਾਫੀਆ ਦਾ ਬੜਾ ਰਾਜ ਨਜ਼ਰ ਆ ਰਿਹਾ। ਤੁਹਾਡੇ ਪਿੰਡ ਦੀ ਕੀ ਸੂਰਤ ਹੈ? ਜੀ ਮੈਂ ਕਹਿ ਰਿਹਾ ਕਿ ਅਗਰ ਸਾਡੇ ਪਿੰਡ 'ਚ ਅਗਰ ਜਿੱਥੇ ਵੀ ਕੋਈ ਕਬਜ਼ਾ ਮਾਫੀਆ ਹੈ, ਗੌਰਮੈਂਟ ਨੂੰ ਉਹਨੂੰ ਜਿਹੜਾ ਹੈ ਵੇਖਣਾ ਚਾਹੀਦਾ ਹੈ, ਉਹਦੇ 'ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ ਔਰ ਉਹਨਾਂ ਮਾਮਲਾਤ ਨੂੰ ਕਲੀਅਰ ਕਰਵਾਉਣਾ ਚਾਹੀਦਾ। ਇਹ ਸਭ ਬਾਰਿਸ਼ ਤੋਂ ਬਾਅਦ ਤੁਸੀਂ ਗੱਲ ਕੀਤੀ ਆ ਕਿ ਸਾਡੇ ਸੜਕਾਂ ਦਾ ਹਾਲ ਖਰਾਬ ਹੁੰਦਾ, ਲੋਕਾਂ ਨੂੰ ਗੁਜ਼ਰਨਾ ਮੁਸ਼ਕਲ ਹੁੰਦਾ। ਪਿੰਡਾਂ 'ਚ ਬਰਸਾਤੀ ਨਾਲੇ ਬਣਾਏ ਜਾਂਦੇ ਨੇ, ਇਸ ਪਿੰਡ 'ਚ ਕੋਈ ਐਵੇਂ ਦਾ ਕੋਈ ਸਟਰਕਚਰ ਹੈਗਾ? ਬਰਸਾਤੀ ਨਾਲੇ ਜੀ ਐਵੇਂ ਕਿ ਸਾਡਾ ਜਿਹੜਾ ਪਾਣੀ ਦੀ ਨਿਕਾਸੀ ਹੈ ਨਾ ਜੀ, ਇਹ ਸਾਡੀ ਪਾਣੀ ਦੀ ਨਿਕਾਸੀ ਕੁਛ ਤਾਂ ਜਿਹੜੇ ਸੀਵਰੇਜ ਹੈ ਉਹਦੇ 'ਚ ਹੋ ਜਾਂਦੀ ਹੈ। ਦੂਸਰਾ ਸਾਡੇ ਇੱਧਰ ਵੀ ਤੁਸੀਂ ਜਿਵੇਂ ਵੇਖਿਆ ਹੋਣਾ ਇੱਕ ਛੱਪੜ ਹੈ, ਇੱਕ ਇੱਧਰ ਵੀ ਛੱਪੜ ਹੈ, ਠੀਕ ਹੋ ਗਿਆ, ਕੁਛ ਪਾਣੀ ਉੱਥੇ ਜਮ ਹੋ ਜਾਂਦਾ ਹੈ, ਮਤਲਬ ਉੱਥੇ ਚਲਾ ਜਾਂਦਾ। ਅਤੇ ਇਹ ਹੈ ਕਿ ਵਕਤੀ ਤੌਰ ਬਾਰਿਸ਼ ਹੋਵੇ ਤਾਂ ਬੜੀ ਪ੍ਰੋਬਲਮ ਹੁੰਦੀ ਹੈ, ਠੀਕ ਹੈ। ਮੈਂ ਤੁਹਾਨੂੰ ਪਹਿਲੇ ਵੀ ਅਰਜ਼ ਕੀਤਾ ਹੈ ਕਿ ਸਾਨੂੰ ਜੀ ਕੁਛ ਇੱਕ ਗਲੀਆਂ ਹੈਗੀਆਂ ਨੇ ਚੰਦ ਇੱਕ ਸਾਡੇ ਪਿੰਡ ਦੀਆਂ, ਠੀਕ ਹੈ, ਅਤੇ ਉੱਥੇ ਸਾਨੂੰ ਸੀਵਰੇਜ ਦੀ ਜ਼ਰੂਰਤ ਹੈ ਅਸ਼ਦ, ਔਰ ਇੰਸ਼ਾਅੱਲਾ ਅਨਕਰੀਬ ਵੀ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਠੀਕ ਹੋ ਗਿਆ। ਸੀਵਰੇਜ ਤੋਂ ਬਾਅਦ ਬਾਕੀ ਜਿੰਨੀਆਂ ਵੀ ਗਲੀਆਂ ਨੇ ਉੱਥੇ ਸਾਨੂੰ ਕੋਈ ਸੋਲੰਗ ਵਗੈਰਾ,
ਠੀਕ ਹੈ ਦਿੱਤੇ ਜਾਵਣ ਤਾਂ ਕਿ ਬਾਰਿਸ਼ ਦੇ ਵਿੱਚ ਗੁਜ਼ਰਨਾ ਆਸਾਨ ਹੋਵੇ, ਲੋਕਾਂ ਵਾਸਤੇ ਆਵਣ ਜਾਵਣ ਮਤਲਬ ਆਸਾਨੀ ਹੋ ਜਾਵੇ। ਇਹ ਸਭ ਬੜੀ ਖੁਸ਼ਾਇਨ ਗੱਲ ਆ ਕਿ ਇਸ ਪਿੰਡ ਦੇ ਵਿੱਚ ਡੰਗਰ ਹਸਪੀਟਲ ਹੈਗਾ ਹੈ। ਜੀ ਕੀ ਸਹੂਲਤ ਆ, ਕਿਆ ਉਹਦੇ ਤੋਂ ਲੋਕ ਮੁਸਤਫੀਦ ਹੋ ਰਹੇ ਨੇ? ਲੋਕ ਡੰਗਰ ਹਸਪੀਟਲ ਤੋਂ ਜੀ ਮੁਸਤਫੀਦ ਜ਼ਰੂਰ ਹੋ ਰਹੇ ਨੇ, ਡਾਕਟਰ ਵੀ ਟਾਈਮ ਦਿੰਦੇ ਨੇ, ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਨੇ ਆ, ਲੇਕਿਨ ਰੀਜ਼ਨ ਹੈ ਕਿ ਉੱਥੇ ਕੋਈ ਮੈਡੀਸਨ ਦੇ ਬਾਰੇ 'ਚ ਕੋਈ ਖਾਸ ਤਵੱਜੋ ਦਿੱਤੀ ਜਾਵੇ। ਮਤਲਬ ਕਿ ਇਹ ਕਿ ਅਗਰ ਕੋਈ ਉੱਥੇ ਡੰਗਰ ਆਵਣ ਜਾਂ ਕਿ ਮਤਲਬ ਕੋਈ ਉੱਥੇ ਜਾਨਵਰਾਂ ਦਾ ਲੈ ਕੇ ਆਂਦਾ ਹੈ ਤੇ ਉਹਦੀ ਟ੍ਰੀਟਮੈਂਟ ਵਾਸਤੇ ਅਗਰ ਮੈਡੀਸਨ ਹੀ ਮੌਜੂਦ ਨਾ ਹੋਵੇ, ਠੀਕ ਹੈ ਤਸ਼ਖੀਸ ਹੁੰਦੀ ਹੈ, ਮੈਡੀਸਨ ਨਹੀਂ ਜੀ ਨਹੀਂ ਮੈਡੀਸਨ ਹੁੰਦੀ ਵੀ ਹੈ, ਲੇਕਿਨ ਮੈਂ ਕਹਿੰਦਾ ਕਿ ਉਹ ਪ੍ਰੋਪਰ ਮੈਡੀਸਨ ਹੋਵੇ, ਠੀਕ ਹੋ ਗਿਆ। ਯਾਨੀ ਕਿ ਜਿੱਥੇ ਤੁਹਾਨੂੰ ਇੱਕ ਪੂਰੀ ਜਿੰਨਾ ਜ਼ਿਕਰ ਕਿਸੇ ਵੀ ਕੋਈ ਵੀ ਜਾਨਵਰ ਹੈ, ਆਪਾਂ ਇਨਸਾਨ ਹੀ ਲਗਾ ਲਓ ਜਾਂ ਜਾਨਵਰ ਜੋ ਵੀ ਲਗਾ ਲਓ, ਅਗਰ ਉਹਦੀ ਪੂਰੀ ਟ੍ਰੀਟਮੈਂਟ ਨਹੀਂ ਹੋਵੇਗੀ ਤਾਂ ਠੀਕ ਨਹੀਂ ਹੋਵੇਗਾ। ਜੇ ਅਗਰ ਹਾਫ ਮੈਡੀਸਨ ਮਿਲ ਜਾਵੇ, ਹਾਫ ਮਿਲੇ ਨਾ, ਠੀਕ ਹੈ। ਅਮਲਾ ਟਾਈਮ ਦੇ ਰਿਹਾ, ਡਾਕਟਰ ਹਜ਼ਰਾਤ ਪੂਰਾ ਟਾਈਮ ਦਿੰਦੇ ਨੇ, ਠੀਕ ਹੈ, ਪਰ ਉਹ ਟਾਈਮ ਦਾ ਜ਼ਿਆਦਾ ਬੈਨੀਫਿਟ ਤੇ ਫ਼ਾਇਦਾ ਸਾਨੂੰ ਤਾਂ ਹੋਵੇਗਾ ਜੇ ਉਹਦੇ ਨਾਲ ਉਹ ਮੈਡੀਸਨ ਵੀ ਮੌਜੂਦ ਹੋਵੇ, ਮੁਕੰਮਲ ਮੈਡੀਸਨ ਮੌਜੂਦ ਹੋਵੇ। ਇਹ ਨਹੀਂ ਕਿ ਬਿਲਕੁਲ ਹੀ ਮੌਜੂਦ ਨਹੀਂ ਹੁੰਦੀ ਹੈ, ਠੀਕ ਹੈ। ਡਾਕਟਰ ਜਾ ਕੇ ਡੰਗਰ ਚੈੱਕ ਵੀ ਕਰਦੇ ਨੇ ਜੋ ਕਿ ਉਹਨਾਂ ਕੋਲ ਜਾਂਦਾ ਹੈ, ਠੀਕ ਹੈ। ਸਾਡੇ 6-7 ਪਿੰਡਾਂ ਦਾ ਜੀ ਇੱਕ ਹਸਪੀਟਲ ਹੈ। ਅਤੇ ਦੂਸਰਾ ਇਹ ਕਿ ਇੱਕ ਤਾਂ ਮੈਡੀਸਨ ਦਾ ਕੋਈ ਹੈ ਮਾਮਲਾ ਤਾਂ ਉਹਨਾਂ ਨੂੰ ਬੜੇ ਅੱਛੇ ਤਰੀਕੇ ਨਾਲ ਦੇਖਿਆ ਜਾਵੇ। ਦੂਸਰਾ ਇਹ ਕਿ ਉਹਦੀ ਚਾਰਦੀਵਾਰੀ ਕੀਤੀ ਜਾਵੇ, ਉਹਦੀ ਸੇਫਟੀ ਵਾਸਤੇ, ਉਹਦੀ ਹਿਫਾਜ਼ਤ ਵਾਸਤੇ ਚਾਰਦੀਵਾਰੀ ਕੀਤੀ ਜਾਵੇ ਜੀ। ਮੀਆਂ ਸਾਹਿਬ, ਅਸੀਂ ਇਸ ਪਿੰਡ 'ਚ ਆਏ ਤੇ ਅਸੀਂ ਉਸ ਜਿਹੜੇ ਡੰਗਰ ਹਸਪੀਟਲ ਦੇ ਬਿਲਕੁਲ ਆਪੋਜ਼ਿਟ ਦੇਖਿਆ ਕਿ ਸਾਨੂੰ ਯੂਨੀਅਨ ਕੌਂਸਲ ਨਜ਼ਰ ਆਈ ਜੀ। ਬਦਹਾਲੀ ਦਾ ਸ਼ਿਕਾਰ ਆ। ਆਵਾਮ ਦੇ ਵਿਊ ਦੇ ਵਿੱਚ ਪਤਾ ਲੱਗਿਆ ਕਿ ਉੱਥੇ ਕਰਪਸ਼ਨ ਦੇ ਬੇਤਾਜ ਬਾਦਸ਼ਾਹ ਬੈਠੇ ਨੇ। ਤੁਹਾਡੀ ਕੀ ਰਾਏ ਹੈ ਜੀ? ਵੇਖੋ, ਆਵਾਮ ਦੇ ਮੁਤਾਬਕ ਤਾਂ ਇਹ ਕਿ ਮੈਂ ਹੁਣ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਗਰ ਸਾਡੇ ਸੈਕਟਰੀ ਸਾਹਿਬ ਨੇ ਜੀ, ਉਹਨਾਂ ਕੋਲੇ 2 ਕੌਂਸਲਰ ਨੇ, ਇਹ ਐਡੀਸ਼ਨਲ ਚਾਰਜ ਉਹਨਾਂ ਕੋਲੇ, ਉਹ ਪੂਰਾ ਟਾਈਮ ਦਿੰਦੇ ਨੇ। 3 ਦਿਨ ਇੱਧਰ, ਹਾਂਜੀ 3 ਦਿਨ ਇੱਕ 'ਚ ਬੈਠਦੇ ਨੇ, 3 ਦਿਨ ਇੱਕ 'ਚ ਬੈਠਦੇ ਨੇ। ਔਰ ਜਿਨ੍ਹਾਂ ਦਿਨਾਂ 'ਚ 3 ਦਿਨ ਉੱਥੇ ਨੂੰ ਇੱਥੋਂ ਵਾਲਾ ਕੰਮ ਨਹੀਂ ਕਰ ਸਕਦੇ, ਠੀਕ ਹੋ ਗਿਆ ਜੀ। ਇੱਕ ਚੀਜ਼ ਹੋ ਗਈ, ਅਤੇ ਟਾਈਮ ਉਹ ਪੂਰਾ ਦੇ ਰਹੇ ਨੇ, ਆਵਾਮ ਦਾ ਵਰਕ ਵੀ ਹੋ ਰਿਹਾ, ਕੰਮ ਹੋ ਰਿਹਾ ਜੀ, ਬਿਲਕੁਲ ਹੋ ਰਿਹਾ। ਇਜ਼ਾਫੀ ਚਾਰਜ ਦੇ ਬਾਰੇ ਕੀ ਕਹੋ? ਇਜ਼ਾਫੀ ਚਾਰਜ ਦੇ ਬਾਰੇ 'ਚ ਇਹ ਕਹਾਂਗਾ ਜੀ ਕਿ ਸਾਡੀ ਤਾਂ ਕੋਸ਼ਿਸ਼ ਇਹ ਹੈਗੀ ਸੀ ਕਿ ਸਾਨੂੰ ਸਪੈਸ਼ਲ ਮਤਲਬ ਕੋਈ ਸੈਕਟਰੀ ਸਾਹਿਬ ਦੇ ਦਿੱਤੇ ਜਾਣ ਤਾਂ ਕਿ ਬਾਕੀ 3 ਦਿਨ ਵੀ ਆਵਾਮ ਦਾ ਕੰਮ ਨਾ ਰੁਕੇ, ਠੀਕ ਹੋ ਗਿਆ। ਲੇਕਿਨ ਉਹਦੇ 'ਚ ਰੀਜ਼ਨ ਇਹ ਕਿ ਆਪਣੇ ਤਹਿਸੀਲ ਦੇ ਵਿੱਚ ਜਾਂ ਡਿਸਟ੍ਰਿਕਟ ਲੈਵਲ 'ਤੇ ਸੈਕਟਰੀ ਯੂਨੀਅਨ ਕੌਂਸਲ ਦੀ ਤਾਦਾਦ ਹੀ ਕਮ ਹੈ। ਯੂਨੀਅਨ ਕੌਂਸਲ ਜ਼ਿਆਦਾ ਨੇ, ਤਾਦਾਦ ਕਮ ਹੈ ਜੀ, ਸੈਕਟਰੀ ਥੋੜ੍ਹੇ ਨੇ। ਇਸ ਦੀ ਵਜ੍ਹਾ ਤੋਂ ਮੈਂ ਤਾਂ ਉਹਨਾਂ ਨੂੰ ਵੀ ਐਪਰੀਸ਼ੀਏਟ ਕਰਾਂਗਾ, ਉਹ ਟਾਈਮ ਦਿੰਦੇ ਨੇ, ਪੂਰਾ ਟਾਈਮ ਦਿੰਦੇ ਨੇ ਜੀ। 3 ਦਿਨ ਉੱਥੇ, 3 ਦਿਨ ਇੱਥੇ। ਆਪਦੇ ਕੀਮਤੀ ਟਾਈਮ 'ਚ ਉਹਨਾਂ ਲੋਕਾਂ ਨੂੰ ਮਿਲੋਗੇ ਜਿਨ੍ਹਾਂ ਨੇ ਸਾਨੂੰ ਇਹ ਮੌਕਫ ਦਿੱਤਾ ਕਿ ਉਹਨਾਂ ਨੇ ਸਾਡੇ ਨਾਲ ਕੋਈ ਓਵਰ ਚਾਰਜਿੰਗ ਕੀਤੀ ਹੈ, ਸਾਨੂੰ ਗੇੜੇ ਲਵਾਏ ਜੀ? ਬਿਲਕੁਲ ਮੈਂ ਪੂਰਾ ਤਾਂ ਰਵਾਂਗਾ, ਮੈਂ ਮਿਲਾਂਗਾ ਜਿਨ੍ਹਾਂ ਦਾ ਮੈਨੂੰ ਪਤਾ ਹੋਇਆ, ਮੈਂ ਉਹਨਾਂ ਨੂੰ ਮਿਲਾਂਗਾ, ਠੀਕ ਹੋ ਗਿਆ। ਕਿ ਤੁਸੀਂ ਦੱਸੋ ਜੀ ਕੀ ਮਾਮਲਾਤ ਨੇ। ਦੂਸਰਾ, ਅਗਰ ਕੋਈ ਮੈਨੂੰ ਮਿਲਣਾ ਚਾਹਵੇ ਤਾਂ ਐਨੀ ਟਾਈਮ, ਕਿਸੇ ਵੀ ਟਾਈਮ ਮੈਨੂੰ ਮਿਲ ਸਕਦਾ। ਜੋ ਵੀ ਮਸਲਾ ਹੈ ਮੈਂ ਉਹਦੇ ਨਾਲ ਜਾਵਾਂਗਾ, ਉਹਨਾਂ ਦੇ ਨਾਲ ਜਾ ਕੇ ਬਕਾਇਦਾ ਹੱਲ ਕਰਵਾਵਾਂਗੇ। ਜੇ ਅਗਰ ਕੋਈ ਇਸ ਕਿਸਮ ਦੇ ਕੋਈ ਮਾਮਲਾਤ ਹੋਏ ਤਾਂ ਉਹਦੀ ਪੂਰੀ ਇਨਕੁਆਇਰੀ ਹੋਵੇਗੀ ਜੀ। ਇਹ ਸਭ ਇਸ ਪਿੰਡ 'ਚ ਪੜ੍ਹੇ ਲਿਖੇ ਲੋਕਾਂ ਦੀ ਤਾਦਾਦ ਕਿੰਨੀ ਹੈ? ਪੜ੍ਹੇ ਲਿਖੇ ਲੋਕਾਂ ਦੀ ਤਾਦਾਦ ਜੀ ਮਾਸ਼ਾਅੱਲਾ ਹੁਣ ਤਾਂ ਸਾਡਾ ਗਾঁव ਕਾਫੀ ਜਿਹੜਾ ਹੈ ਨਾ ਤਾਲੀਮ ਦੀ ਤਰਫ ਜਾ ਰਿਹਾ ਹੈ। ਬੱਚੇ ਬੱਚੀਆਂ ਕਾਫੀ ਤਾਲੀਮ ਹਾਸਲ ਕਰ ਰਹੇ ਨੇ। ਮੈਂ ਉਹੀ ਤੁਹਾਨੂੰ ਪਹਿਲੇ ਕਹਿ ਰਿਹਾ ਸੀ ਕਿ ਸਾਨੂੰ ਤਾਲੀਮ ਦੀ ਜ਼ਿਆਦਾ ਤਵੱਜੋ ਦੀ ਜ਼ਰੂਰਤ ਹੈ, ਠੀਕ ਹੈ। ਇੰਨੀ ਤਾਲੀਮ ਹੋਣ ਦੇ ਬਾਵਜੂਦ ਵੀ ਸੁਥਰਾ ਪੰਜਾਬ ਕੰਮ ਕਰ ਰਿਹਾ ਨਜ਼ਰ ਆ ਰਿਹਾ ਹੈ, ਲੇਕਿਨ ਗਲੀਆਂ ਦੇ ਵਿੱਚ ਕੂੜਾ ਕਰਕਟ ਦੀ ਸੂਰਤ ਹਾਲ ਕੀ ਹੈ? ਆਵਾਮ ਦੇ ਨਾਮ ਕੀ ਪੈਗਾਮ ਆ ਕਿ ਇਹਨਾਂ ਦਾ ਵੀ ਥੋੜ੍ਹਾ ਜਿਹਾ ਤਾਵਨ ਹੋਣਾ ਚਾਹੀਦਾ? ਜੀ ਮੇਰੀ ਗੱਲ ਸੁਣੋ, ਸੁਥਰਾ ਪੰਜਾਬ ਜੀ ਆਦੀ ਪੂਰੀ ਡਿਊਟੀ ਦੇ ਰਿਹਾ। ਸਵੇਰ 5 ਵਜੇ ਇਹ ਸਟਾਰਟ ਹੁੰਦੇ ਨੇ, 5-6 ਵਜੇ, ਸ਼ਾਮ 5 ਵਜੇ ਤੱਕ ਇਹ ਡਿਊਟੀ ਦਿੰਦੇ ਨੇ, ਬਿਲਕੁਲ ਹਰ ਗਲੀ 'ਚ ਜਾਂਦੇ ਨੇ ਔਰ ਇਹਨਾਂ ਦੀ ਬਕਾਇਦਾ ਚੈਕਿੰਗ ਹੁੰਦੀ ਹੈ, ਠੀਕ ਹੋ ਗਿਆ। ਔਰ ਸੁਥਰਾ ਪੰਜਾਬ ਜਿਹੜਾ ਨਾ ਆਦਾ ਵਰਕ ਪੂਰਾ ਕਰ ਰਿਹਾ, ਪੂਰੀ ਇਮਾਨਦਾਰੀ ਨਾਲ ਕਰ ਰਿਹਾ। ਲੇਕਿਨ ਰੀਜ਼ਨ ਹੈ ਮੈਂ ਇਹ ਕਹਿੰਦਾ ਕਿ ਪਿੰਡ ਦੀ ਆਵਾਮ ਨੂੰ ਵੀ ਤਾਵਨ ਕਰਨਾ ਚਾਹੀਦਾ, ਠੀਕ। ਉਹਨਾਂ ਨੂੰ ਪੈਗਾਮ ਦਿਓ ਨਾ। ਹਾਂਜੀ, ਮੇਰਾ ਇਹ ਰਿਕੁਐਸਟ ਹੈ, ਬਲਕਿ ਆਦੇ ਗਾँव ਵਾਲੇ ਜਿਹੜੇ ਵੀ ਬਜ਼ੁਰਗ ਹੈਗੇ ਨੇ, ਕੋਈ ਮਾਵਾਂ ਨੇ, ਬਾਜੀਆਂ ਨੇ, ਭਾਈ ਨੇ, ਉਹਨਾਂ ਵਾਸਤੇ ਰਿਕੁਐਸਟ ਹੈ ਜੀ ਮੇਰੀ ਕਿ ਤੁਸੀਂ ਜਿਹੜੇ ਵੀ ਕੂੜਾ ਕਰਕਟ ਮਤਲਬ ਤੁਸੀਂ ਹੈ ਤੁਹਾਡੇ ਕੋਲੇ ਮੌਜੂਦ ਕਰਦਾ ਹੈ ਜਾਂ ਕਿਸੇ ਵੀ ਚੀਜ਼ ਦਾ ਹੈ, ਤੁਹਾਡੀ ਗਲੀ 'ਚ ਰਕਸ਼ੇ ਵਾਲੇ ਆਉਂਦੇ ਨੇ, ਆਦੀ ਟੀਮ ਲੈ ਕੇ ਗੁਜ਼ਰ ਰਹੇ ਹੁੰਦੇ ਨੇ, ਅੱਛੀ ਸਹੂਲਤ 'ਚ ਜਾ ਰਹੇ ਹੁੰਦੇ ਨੇ, ਠੀਕ ਹੈ। ਅਤੇ ਤੁਸੀਂ ਉੱਥੇ ਉਹਨੂੰ ਜਮ੍ਹਾਂ ਕਰਕੇ ਰੱਖੋ, ਉਹਨਾਂ ਦੇ ਰਿਕਸ਼ੇ ਦੇ ਵਿੱਚ ਉਹਨੂੰ ਤੁਸੀਂ ਵੇਸਟ ਕਰੋ, ਨਾ ਕਿ ਇਹ ਕਿ ਤੁਸੀਂ ਉਹ ਰਿਕਸ਼ਾ ਗੁਜ਼ਰ ਜਾਵੇ ਬਾਅਦ 'ਚ ਤੁਸੀਂ ਗਲੀ ਦੇ ਵਿੱਚ ਸੱਟ ਦਿਓ। ਇਹ ਵੀ ਨਹੀਂ ਹੋਣਾ ਚਾਹੀਦਾ। ਫਿਰ ਇੱਥੇ ਕੂੜਾ ਕਰਕਟ ਦੇ ਕਾਫੀ ਦਫਾ ਉਹਨਾਂ ਨੇ ਆ ਕੇ, ਤਕਰੀਬਨ ਸਾਫ ਸੁਥਰਾ ਪੰਜਾਬ ਦੀਆਂ ਟੀਮਾਂ ਨੇ ਆ ਕੇ ਵਰਕ ਕੀਤਾ ਹੈ। ਤਕਰੀਬਨ 3-4 ਦਫਾ ਇੱਥੋਂ ਰੂੜੀਆਂ ਹਟਾਈਆਂ ਗਈਆਂ ਨੇ। ਲੇਕਿਨ ਮੇਰੀ ਇਹ ਪਿੰਡ ਵਾਲਿਆਂ ਨਾਲ ਰਿਕੁਐਸਟ ਹੈ, ਸਾਰਿਆਂ ਵਾਸਤੇ ਹੈ ਕਿ ਉਹ ਉੱਥੇ ਤੁਸੀਂ ਨਾ ਜਮ੍ਹਾਂ ਕਰੋ, ਉੱਥੇ ਦੁਬਾਰਾ ਤੁਸੀਂ ਉਹਨਾਂ ਨੂੰ ਕੂੜਾ ਕਰਕਟ ਨੂੰ ਨਾ ਸੱਟੋ, ਕਿਉਂਕਿ ਉਹ ਆਪਣੇ ਵਾਸਤੇ ਨੁਕਸਾਨਦੇਹ, ਠੀਕ ਹੋ ਗਿਆ। ਗਾँव ਦਾ ਮਾਹੌਲ ਖ਼ਰਾਬ ਹੁੰਦਾ, ਬਿਮਾਰੀਆਂ ਫੈਲਦੀਆਂ ਨੇ ਜੀ, ਠੀਕ ਹੈ। ਅਤੇ ਤੁਸੀਂ ਉਹਦਾ ਜਿਹੜਾ ਕਿ ਤੁਹਾਡੇ ਘਰਾਂ ਦੇ ਬੂਹੇ ਦੇ ਅੱਗੋਂ ਦੀ ਗੁਜ਼ਰਦੇ ਨੇ,
ਠੀਕ ਹੈ। ਤੁਸੀਂ ਜਾਂ ਇੱਕ ਜਿਹੜਾ ਫਿਕਸ ਪੁਆਇੰਟ ਬਣਾਇਆ ਗਿਆ ਹੈ, ਇਹਨਾਂ ਵਾਸਤੇ ਜੀ 2 ਪੁਆਇੰਟ ਬਣੇ ਨੇ, ਇੱਕ ਇਸ ਸਾਈਡ ਤੇ ਬਣਾਇਆ ਹੈਗਾ ਕਲੈਕਟਿੰਗ ਪੁਆਇੰਟ, ਕਲੈਕਟਿਵ ਪੁਆਇੰਟ, ਇੱਕ ਰੋਡ ਦੇ ਉੱਪਰ ਬਣਿਆ ਹੈ, ਠੀਕ ਹੋ ਗਿਆ ਜੀ। ਤੁਸੀਂ ਉੱਥੇ ਵੇਸਟ ਕਰੋ ਇਹਨੂੰ। ਦੋਨਾਂ ਦੇ ਬਾਹਰ ਕੂੜਾ ਪਿਆ, ਅੰਦਰੋਂ ਖਾਲੀ ਨੇ। ਹਾਂਜੀ, ਅੰਦਰੋਂ ਖਾਲੀ ਨੇ, ਸਿਰਫ ਉਹ ਇਹ ਹੀ ਕਿ ਬਸ ਜਿੱਥੇ ਜਿੰਦਾ ਦਿਲ ਕਰਦਾ ਹੈ ਸੱਟ ਦਿੱਤਾ। ਇਹਦੇ ਵਾਸਤੇ ਮੈਂ ਕਿ ਪਿੰਡ ਵਾਲਿਆਂ ਨੂੰ ਵੀ ਤਾਮਨ ਰੱਖਣਾ ਚਾਹੀਦਾ ਤੇ ਫਿਰ ਹੀ ਇੱਕ ਅੱਛਾ ਮਾਹੌਲ ਪੈਦਾ ਹੁੰਦਾ ਹੈ। ਇਹ ਸਭ ਜ਼ਿਆਦਾ ਬਰਾਦਰੀ ਇਸ ਪਿੰਡ 'ਚ ਕਿਹੜੀ ਆਬਾਦ? ਜ਼ਿਆਦਾ ਜੋਈਆ ਬਰਾਦਰੀ ਆਬਾਦ ਹੈ ਜੀ। ਇਸ ਤੋਂ ਬਾਅਦ ਦੂਜਾ ਨੰਬਰ ਕਿੰਨਾ? ਦੂਸਰਾ ਨੰਬਰ ਇਸ ਤੋਂ ਬਾਅਦ ਜੀ ਵੱਟੂ ਬਰਾਦਰੀ ਹੈ, ਵੱਟੂ ਬਰਾਦਰੀ ਹੈ ਜੀ। ਤੇ ਉਸ ਤੋਂ ਬਾਅਦ ਰਾਈ ਤੇ ਜੱਟ ਤੇ ਬਾਕੀ? ਨਹੀਂ, ਅਰਾਈ ਵੀ ਨਾ ਉਹਦੇ ਬਰਾਬਰ ਨੇ ਤੇ ਜੱਟ ਬਰਾਦਰੀ ਇੱਥੇ ਬੈਠੀ ਕੁਛ ਕਰ। ਮੀਆਂ ਇਮਰਾਨ ਜ਼ਹੂਰ ਜੋਈਆ ਸਾਹਿਬ ਅੱਜ ਇੱਥੋਂ ਦੇ ਨੰਬਰਦਾਰ ਨੇ। ਸਭ ਤੋਂ ਅਹਿਮ ਮਸਲੇ ਦੀ ਅਗਰ ਗੱਲ ਕਰੀਏ ਜਿਹਦੇ 'ਚ ਤੁਹਾਡੀ ਤਵੱਜੋ, ਅਗਰ ਤੁਹਾਨੂੰ ਮੌਕਾ ਮਿਲੇ, ਸਭ ਤੋਂ ਪਹਿਲੇ ਕਿਹੜਾ ਮਸਲਾ ਹੱਲ ਕਰੋਗੇ ਇਸ ਪਿੰਡ ਦਾ? ਸਭ ਤੋਂ ਪਹਿਲੇ ਜੀ ਐਜੂਕੇਸ਼ਨ। ਸਭ ਤੋਂ ਪਹਿਲੇ ਮੈਂ ਐਜੂਕੇਸ਼ਨ ਦਾ ਮਸਲਾ ਮਤਲਬ ਕਿ ਚਾਹਾਂਗਾ ਕਿ ਹੱਲ ਹੋਵੇ। ਨੰਬਰ 2 ਤੇ ਹਸਪੀਟਲ ਠੀਕ ਹੋ ਗਿਆ ਜੀ, ਹਸਪੀਟਲ ਦੀ ਸਹੂਲਤ ਦਿੱਤੀ ਜਾਵੇ ਜਿਸੇ ਦੇ ਲਿਹਾਜ਼ ਨਾਲ ਮਾਮਲਾਤ ਕਲੀਅਰ ਹੋਣ। ਤੇ ਤੀਸਰੇ ਨੰਬਰ ਤੇ ਮੈਂ ਇਹ ਕਿ ਜਿਹੜੀ ਜਗ੍ਹਾ ਤੇ ਜੀ ਸਾਡੀ ਜਿਹੜੀਆਂ ਗਲੀਆਂ ਰਹਿ ਗਈਆਂ ਨੇ ਜਿੱਥੇ ਸੀਵਰੇਜ ਨਹੀਂ ਹੈ, ਅਸੀਂ ਇਹ ਚਾਹਾਂਗੇ ਕਿ ਉੱਥੇ ਸੀਵਰੇਜ ਹੋਵੇ ਤੇ ਤਕਰੀਬਨ ਹਰ ਗਲੀ ਦੇ ਵਿੱਚ ਕੋਈ ਸੋਲੰਗ ਜਾਂ ਟਫ ਟਾਈਲ ਵਗੈਰਾ ਲਗਾਈ ਜਾਵੇ, ਠੀਕ ਹੈ, ਤਾਂ ਕਿ ਬਾਰਿਸ਼ਾਂ ਦੇ ਵਿੱਚ ਕਿਸੇ ਨੂੰ ਵੀ ਮਸਲੇ ਦਾ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ। ਇਹ ਸਭ ਦਾਦਾ ਜੀ ਨੇ ਕੰਮ ਕਰਵਾਏ, ਵਾਲਦ ਸਾਹਿਬ ਨੇ ਕਰਵਾਏ ਤੇ ਹੁਣ ਜਨਾਬ ਦੀ ਨੰਬਰਦਾਰੀ ਚੱਲ ਰਹੀ ਹੈ। ਤੁਹਾਨੂੰ ਕਿਸੇ ਆਪਦੇ ਐਸੇ ਕੰਮ ਤੇ ਫਖਰ ਹੈਗਾ ਜਿਹੜਾ ਤੁਸੀਂ ਆਪਦੀ ਦੌਰ ਇਕਤਦਾਰ 'ਚ ਕੀਤਾ? ਜੀ ਮਾਸ਼ਾਅੱਲਾ, ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ। ਮੇਰੇ ਕੋਲ ਇੱਥੇ ਜਿਹੜਾ ਵੀ ਆ ਜਾਂਦਾ ਜੀ, ਮੇਰੇ ਕੋਲ ਜਿਹੜੇ ਵੀ ਲੋਕ ਇੱਥੇ ਡੇਰੇ 'ਚ ਆਉਂਦੇ ਨੇ, ਮੈਂ ਇਹ ਗੱਲ ਕਰਨਾ ਕਿ ਇਹਨੂੰ ਡੇਰਾ ਨਹੀਂ, ਇਹਨੂੰ ਤੁਸੀਂ ਆਪਣਾ ਘਰ ਸਮਝੋ, ਆਪਣਾ ਡੇਰਾ ਸਮਝੋ। ਤੁਸੀਂ ਸਵੇਰ ਆਓ, ਸ਼ਾਮ ਆਓ, ਕਿਸੇ ਵੀ ਟਾਈਮ ਆਓ, ਠੀਕ ਹੋ ਗਿਆ। ਹਮਾ ਵਕਤ ਮੈਂ ਤਿਆਰ ਹਾਂ, ਤੁਹਾਡੇ ਨਾਲ ਮੇਰਾ ਪੂਰਾ ਤਾਮਨ ਰਹੇਗਾ ਜੀ ਸਾਡਾ, ਠੀਕ ਹੈ। ਔਰ ਅਲਹਮਦੁਲਿਲਾ ਕਿ ਲੋਕਾਂ ਦੇ ਮਸਾਇਲ ਹੱਲ ਵੀ ਕਰਵਾਉਂਦੇ, ਜਿਹੜੇ ਕਿ ਜਾਇਜ਼ ਨੇ, ਹੱਕਦਾਰ ਨੇ, ਉਹਨਾਂ ਨੂੰ ਉਹਨਾਂ ਦਾ ਹੱਕ ਦਿਲਵਾਉਂਦੇ, ਠੀਕ ਹੈ। ਤੇ ਉਹਨਾਂ ਨਾਲ ਜੀ ਪੂਰਾ ਤਾਮਨ ਰਹਿੰਦਾ। ਇਹ ਸਭ ਬੜਾ ਸ਼ਾਹਾਨਾ ਡੇਰਾ ਬਣਾਇਆ। ਇਨਕਮ ਆਫ ਸੋਰਸ ਕੀ ਹੈ? ਜੀ ਜ਼ਿਮੀਂਦਾਰ, ਬੇਸਿਕਲੀ ਅਸੀਂ ਜ਼ਿਮੀਂਦਾਰ ਹਾਂ। ਕਿੰਨੇ ਫਾਰਮ ਹਾਊਸ ਤੇ ਕਿੰਨੀਆਂ ਗੱਡੀਆਂ ਨੇ? ਜੀ ਅਲਹਮਦੁਲਿਲਾ ਇਸ ਟਾਈਮ ਜੀ 3 ਗੱਡੀਆਂ ਨੇ, ਠੀਕ ਹੋ ਗਿਆ ਜੀ। ਉਸ ਤੋਂ ਬਾਅਦ ਇਹ ਡੇਰਾ ਹੈ, ਸਾਹਮਣੇ ਘਰ ਹੈ, ਰੋਡ ਦੇ ਉੱਪਰ ਮੇਰਾ ਡੇਰਾ ਹੈ ਜਿੱਥੇ ਕਿ ਜ਼ਰਾਈ ਹਾਲਾਤ ਮਾਲ ਸ਼ਾਲ ਉੱਥੇ ਹੁੰਦਾ ਹੈ ਤੇ ਮੁਲਾਜ਼ਮ ਵਗੈਰਾ ਦੀ ਰਿਹਾਇਸ਼ਾਂ ਵਗੈਰਾ ਉੱਥੇ ਨੇ। ਅਮਨ ਅਮਾਨ ਦੀ ਸੂਰਤ ਹਾਲ ਇਸ ਪਿੰਡ ਦੀ ਕੀ ਹੈ? ਛੋਟੇ ਛੋਟੇ ਤਨਾਜ਼ਾਤ ਦੇ ਮਸਲੇ ਇਸ ਡੇਰੇ 'ਚ ਹੱਲ ਹੁੰਦੇ ਨੇ? ਜੀ ਬਿਲਕੁਲ ਹੁੰਦੇ ਨੇ ਅਲਹਮਦੁਲਿਲਾ ਜੀ। ਇੱਥੇ ਪੰਚਾਇਤਾਂ ਦਾ ਇੱਕ ਪ੍ਰੋਪਰ ਉਹੀ ਹੀ ਨਿਜ਼ਾਮ ਚੱਲ ਰਿਹਾ ਜੋ ਕਿ ਅੱਜ ਤੋਂ ਪਹਿਲੇ ਚੱਲਦਾ ਹੁੰਦਾ ਸੀ। ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਕੋਈ ਵੀ ਮਤਲਬ ਕਿ ਬੰਦਾ ਹੈ, ਖੁਆ ਉਹ ਗਰੀਬ ਹੈ, ਖੁਆ ਉਹ ਅਮੀਰ ਹੈ, ਉਹਨੂੰ ਇਕੁਅਲ ਇਨਸਾਫ ਮਿਲੇ, ਬਰਾਬਰ ਇਨਸਾਫ ਮਿਲੇ, ਠੀਕ ਹੋ ਗਿਆ। ਤੇ ਉਹ ਅਲਹਮਦੁਲਿਲਾ ਮਿਲਦਾ ਜੀ। ਗਾਉਂ ਦੇ ਵੀ ਇੱਥੇ ਫੈਸਲੇ ਹੁੰਦੇ ਨੇ, ਇੱਥੋਂ ਤੱਕ ਕਿ ਬਾਹਰ ਦੇ ਜਿਹੜੇ ਗਾਉਂ ਨੇ, ਠੀਕ ਹੋ ਗਿਆ, ਉੱਥੋਂ ਦੇ ਵੀ ਫੈਸਲੇ ਇੱਥੇ ਸਾਡੇ ਕੋਲੇ ਆਉਂਦੇ ਨੇ ਤੇ ਅਸੀਂ ਪੂਰਾ ਜਿਹੜਾ ਇਹਨਾਂ ਜੀ ਇਨਸਾਫ ਕੀਤੀ ਦਾ ਤੇ ਹੱਕਦਾਰ ਨੂੰ ਦਾ ਹੱਕ ਲੈ ਕੇ ਦਿੱਤੀ ਦਾ। ਇਹ ਸਭ 2 ਪੈਗਾਮ ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਆਖਰ ਤੇ ਪਹਿਲਾ ਪੈਗਾਮ ਤੁਹਾਡਾ ਆਪਦੇ ਪਿੰਡ ਵਾਲਿਆਂ ਵਾਸਤੇ ਹੈ ਤੇ ਦੂਸਰਾ ਪੈਗਾਮ MNA ਤੇ MPA ਦੇ ਨਾਮ ਵਾਇਸ ਆਫ ਪੰਜਾਬ ਦੇ ਪਲੇਟਫਾਰਮ ਤੋਂ। MNA ਸਾਹਿਬ ਤੇ MPA ਸਾਹਿਬ ਸਾਡੇ ਜੋ ਇਸ ਟਾਈਮ ਮੌਜੂਦਾ ਹੈਗੇ ਨੇ ਜੀ, ਉਹ ਸਾਡੇ ਨਾਲ ਪਹਿਲੇ ਵੀ ਸਾਡੇ ਗਾਉਂ ਨਾਲ ਉਹਨਾਂ ਦਾ ਪੂਰਾ ਤਾਵਨ ਹੈ, ਬਲਕਿ ਪੂਰੇ ਹਲਕੇ 'ਚ ਹੀ ਉਹਨਾਂ ਦਾ ਤਾਵਨ ਚੱਲ ਰਿਹਾ ਹੈ। ਤੇ ਮਜ਼ੀਦ ਬਸ ਇਹੀ ਕੁਛ ਮਾਮਲਾਤ ਮੈਂ ਜਿਹੜੇ ਪਹਿਲੇ ਡਿਸਕਸ ਕੀਤੇ ਨੇ ਕਿ ਐਜੂਕੇਸ਼ਨ ਸਾਨੂੰ ਜਿਹੜਾ ਹੈ ਉਹਨੂੰ ਨੰਬਰ 1 ਤੇ ਰੱਖਿਆ ਜਾਵੇ, ਹਾਂਜੀ ਫੋਕਸ ਕੀਤਾ ਜਾਵੇ। ਦੂਸਰਾ ਜਿਹੜਾ ਇੱਕ ਸਿਹਤ ਵਾਸਤੇ ਇੱਕ ਹਸਪੀਟਲ ਸਾਨੂੰ ਦਿੱਤਾ ਜਾਵੇ ਤਾਂ ਕਿ ਅਸੀਂ ਇੱਥੋਂ ਮਤਲਬ ਲੋਕ ਫਾਇਦਾ ਹਾਸਲ ਕਰ ਸਕਣ, ਹੈ ਜੀ। ਤੇ ਤੀਸਰਾ ਬਸ ਸੀਵਰੇਜ ਦੇ ਕੋਈ ਮਾਮਲਾਤ ਹੈਗੇ ਨੇ। ਪਬਲਿਕ ਦੇ ਨਾਮ ਪੈਗਾਮ? ਪਬਲਿਕ ਦੇ ਨਾਮ ਇਹੀ ਪੈਗਾਮ ਹੈ, ਇਹੀ ਕਹਿਣਾ ਚਾਹੁੰਦੇ ਹਾਂ ਜੀ ਕਿ ਇੱਕ ਤਾਂ ਸਫਾਈ ਸੁਥਰਾਈ ਦਾ ਖਾਸ ਖਿਆਲ ਰੱਖਿਆ ਜਾਵੇ, ਠੀਕ ਹੋ ਗਿਆ ਜੀ। ਬਸ ਇੱਥੋਂ ਆ ਕੇ ਥੋੜ੍ਹਾ ਜਿਹਾ ਪ੍ਰੋਬਲਮ ਬੜੀ ਹੋ ਜਾਂਦੀ ਹੈ ਕਿ ਕਈ ਦਫਾ ਬਾਜ਼ੂਕਾ ਤਾਂ ਐਵੇਂ ਵੇਖਿਆ ਕਿ ਤੁਸੀਂ ਇੱਥੋਂ ਸਫਾਈ ਹੋ ਕੇ ਜਾ ਰਹੀ ਹੈ ਤੇ ਨਾਲ ਹੀ ਮਗਰ ਉੱਥੇ ਹੀ ਕੂੜਾ ਕ੍ਰਿਕਟ ਸੱਟਣਾ ਸ਼ੁਰੂ ਹੋ ਜਾਂਦਾ। ਸਫਾਈ ਸੁਥਰਾਈ ਦਾ ਖਿਆਲ ਰੱਖਿਆ ਜਾਵੇ। ਦੂਸਰਾ ਜਿਹੜੇ ਵੀ ਕੋਈ ਮਤਲਬ ਕਿ ਆਪਸ 'ਚ ਪਿਆਰ ਮੁਹੱਬਤ ਨਾਲ ਰਿਹਾ ਜਾਵੇ, ਇਸ ਦਾ ਹੀ ਤਨਾਜ਼ਿਆਂ ਨੂੰ ਖਤਮ ਕੀਤਾ। ਤਨਾਜ਼ਾਤ ਜੋ ਵੀ ਨਜਾਇਜ਼ ਤੇ ਫਜ਼ੂਲ ਤਨਾਜ਼ਾਤ ਨੇ, ਐਵੇਂ ਅਨਾਬਾਜ਼ੀਆਂ ਨੇ, ਉਹਨਾਂ ਨੂੰ ਖਤਮ ਕੀਤਾ ਜਾਵੇ ਤੇ ਸਾਡੇ ਗਾਉਂ ਨੂੰ ਇੱਕ ਰਲ ਮਿਲ ਕੇ ਸਾਰੇ ਭਾਈ ਮਿਸਾਲੀ ਗਾਉਂ ਬਣਾਉਣ। ਹਾਂਜੀ ਨਾਜ਼ਰੀਨ, ਟੀਮ ਵਾਇਸ ਆਫ ਪੰਜਾਬ ਦਾ ਪ੍ਰੋਗਰਾਮ ਮੇਰਾ ਗਾਉਂ ਦੇ ਨਾਲ ਮਹਿਵੇ ਗੁਫ਼ਤਗੂ ਸੀ। ਮੁਹਤਰਮ ਜਨਾਬ ਇਮਰਾਨ ਜ਼ਹੂਰ ਜੋਈਆ ਸਾਹਿਬ, ਇਹਨਾਂ ਦਾ ਬਹੁਤ ਸ਼ੁਕਰੀਆ। ਇਹਨਾਂ ਨੇ ਆਪਦਾ ਕੀਮਤੀ ਟਾਈਮ ਦਿੱਤਾ। ਬੜੀ ਥੋੜ੍ਹੀ ਉਮਰ 'ਚ ਨੰਬਰਦਾਰੀ ਦਾ ਜਿਹਨਾਂ ਨੇ ਜੀ ਅਹੁਦਾ ਇਹ ਸੰਭਾਲਿਆ ਹੋਇਆ ਤਾਂ ਬੜਾ ਮੁਸ਼ਕਿਲ ਕੰਮ ਆ ਤੇ ਅੱਜ ਇਹਨਾਂ ਨੇ ਆਪਦੇ ਪਿੰਡ ਵਾਲਿਆਂ ਦੇ ਨਾਮ ਇਹ ਪੈਗਾਮ ਦਿੱਤਾ ਕਿ ਇਸ ਪਿੰਡ ਨੂੰ ਪਿੰਡ ਨਹੀਂ ਬਲਕਿ ਆਪਦਾ ਘਰ ਸਮਝੋ, ਅਮਨੋ ਅਮਾਨ ਦੀ ਸੂਰਤ ਹਾਲ ਨੂੰ ਕਾਇਮ ਰੱਖੋ ਤੇ ਪਿੰਡ ਨੂੰ ਸਾਫ਼ ਸੁਥਰਾ ਬਣਾਉਣ 'ਚ ਸੁਥਰੇ ਪੰਜਾਬ ਦੇ ਨਾਲ ਆਪਣਾ ਕਿਰਦਾਰ ਅਦਾ ਕਰੋ। ਟੀਮ ਵਾਇਸ ਆਫ ਪੰਜਾਬ ਬਹੁਤ ਜਲਦ ਮਿਲੇਗੀ ਆਰਿਫ ਆਲਾ ਤੇ ਪਾਕ ਪਤਨ ਦੇ ਇੱਕ ਨਵੇਂ ਪਿੰਡ ਦੇ ਨਾਲ।
ਉੱਥੋਂ ਦੇ ਮਸਾਇਲ ਦੇ ਨਾਲ ਤੇ ਉੱਥੋਂ ਦੇ ਨੰਬਰਦਾਰ ਤੇ ਆਵਾਮ ਦੇ ਨਾਲ। ਆਪਣਾ ਖਿਆਲ ਰੱਖਿਓ। ਟੀਮ ਵਾਇਸ ਆਫ ਪੰਜਾਬ ਨੂੰ ਇਜਾਜ਼ਤ ਦਿਓ। ਅੱਲਾ ਹਾਮੀ ਓ ਨਾਸਰ।